4 ਵਜੇ ਤੱਕ ਇਤਿਹਾਸ ਦੀ ਗੁਰਬਾਣੀ ਦੀ ਕਥਾ ਵਿਚਾਰ ਦੁਆਰਾ ਨਿਹਾਲ ਕਰਨਗੇ ਜੀ। ਆਓ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਘਨਨ ਕੇ ਨਾਸ਼ਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਗੁਰੂ ਹਰਿ ਰਾਇ ਨਮੋ ਕਰ ਜੋਰੀ। ਸ਼੍ਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ, ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬੀਤ ਜਾਮਨੀ ਸੋ ਤਬ ਗਈ, ਬੈਠੇ ਗੁਰ ਪ੍ਰਭਾਤ ਤਬ ਭਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਖੰਡਾਂ ਬ੍ਰਹਮੰਡਾਂ ਦੇ ਮਾਲਕ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਸੁੰਦਰ ਘੜੀਆਂ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਬਖਸ਼ੀਆਂ ਹਨ। ਜਿਹ ਸਤਿਗੁਰ ਸੋ ਪ੍ਰਸੰਨ, ਸ਼ਬਦ ਲਗ ਭਵਜਲ ਤਾਰੇ। ਜਿਨ੍ਹਾਂ ਤੇ ਸਤਿਗੁਰੂ ਜੀ ਵਿਸ਼ੇਸ਼ ਕਰਕੇ ਪ੍ਰਸੰਨ ਹੁੰਦੇ ਹਨ, ਸਤ ਸੰਗਤ ਹਜੂਰ ਉਹਨਾਂ ਨੂੰ ਬਖਸ਼ਦੇ ਹਨ। ਸ਼ਬਦ ਦੇ ਨਾਲ ਲਾ ਕੇ
ਉਹਨਾਂ ਗੁਰਸਿੱਖਾਂ ਨੂੰ ਇਸ ਭੈਦਾਇਕ ਸੰਸਾਰ ਤੋਂ ਹਜੂਰ ਪਾਰ ਉਤਾਰ ਕਰ ਦਿੰਦੇ ਹਨ। ਅੱਜ ਸਾਧ ਸੰਗਤ ਜੀ, ਸ਼ਹੀਦਾਂ ਦੇ ਸਿਰਤਾਜ, ਬਾਣੀ ਰਚਨਹਾਰ, ਸ਼ਾਂਤੀ ਦੇ ਪੁੰਜ, ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਸ਼ਹੀਦੀ ਗੁਰਪੁਰਬ ਆਪ ਸਰਬੱਤ ਸੰਗਤਾਂ ਮਨਾ ਰਹੇ ਹੋ। ਸਾਧ ਸੰਗਤ ਜੀ, ਜਿਨ੍ਹਾਂ ਬਾਬਤ ਭੱਟ ਸਾਹਿਬਾਨ ਫਰਮਾਉਂਦੇ ਹਨ, ਕਲ ਸਮੁੰਦਰ ਭਏ ਰੂਪ। ਇਹ ਕਲਯੁਗ ਸਾਧ ਸੰਗਤ ਜੀ, ਭੈਦਾਇਕ ਜਿਸ ਤਰ੍ਹਾਂ ਸਮੁੰਦਰ ਹੈ, ਜਿਸ ਤਰ੍ਹਾਂ ਸਾਧ ਸੰਗਤ ਜੀ ਜੀਵਾਂ ਨੂੰ ਅਨੇਕ ਪ੍ਰਕਾਰ ਦੇ ਦੁੱਖ ਆਉਂਦੇ ਹਨ। ਤ੍ਰਿਸ਼ਨਾ ਦਾ ਜਲ ਵਹਿੰਦਾ ਹੈ, ਆਸਾਵਾਂ ਦਾ ਜਲ ਵਹਿੰਦਾ ਹੈ। ਭਏ ਰੂਪ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਨੋ ਕਿ ਇੱਕ ਜਹਾਜ਼ ਦੀ ਨਿਆਈ ਪ੍ਰਗਟ ਹੋਏ ਹਨ। ਜੇ ਪੁੱਛੀਏ ਹਜੂਰ ਕੈਸਾ ਜਹਾਜ਼ ਹਨ, ਪ੍ਰਗਟ ਹਰ ਨਾਮ ਉਦਾਹਰਣ। ਭੱਟ ਸਾਹਿਬਾਨ ਕਹਿੰਦੇ ਹਨ, ਪ੍ਰਗਟ ਹੀ ਹਰੀ ਦਾ ਨਾਮ, ਜੋ ਵਾਹਿਗੁਰੂ ਮੰਤਰ ਹੈ। ਹਜੂਰ ਨੇ ਪਾਵਨ ਪਵਿੱਤਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਗੁਰਸਿੱਖਾਂ ਦੇ ਸਾਧ ਸੰਗਤ ਜੀ, ਜਿਸ ਤਰ੍ਹਾਂ ਕਲਿਆਣ ਵਾਸਤੇ ਮਹਾਰਾਜ ਜੀਆਂ ਨੇ ਬਾਣੀ ਰਚੀ ਹੈ, ਪ੍ਰਗਟ ਹਰ ਨਾਮ ਉਦਾਹਰਣ। ਭੱਟ ਸਾਹਿਬਾਨ ਕਹਿੰਦੇ ਹਨ, ਸਾਰਾ ਸੰਸਾਰ ਹੀ ਉਦਰਦਾ ਜਾ ਰਿਹਾ ਹੈ, ਬਸ ਹੈ ਸੰਤ ਜਿਸ ਹਿਰਦੈ। ਜਿਨ੍ਹਾਂ ਸੰਤਾਂ ਮਹਾਂਪੁਰਸ਼ਾਂ ਦੇ ਹਿਰਦੇ ਵਿੱਚ ਹਜੂਰ ਦੀ ਅੰਮ੍ਰਿਤ ਗੁਰਬਾਣੀ ਵਸਦੀ ਹੈ, ਮਹਾਰਾਜ ਜੀ ਕਹਿੰਦੇ ਹਨ, ਦੁੱਖ ਦਾਰਿਦਰ ਨਿਵਾਰਨ। ਉਹਨਾਂ ਦੇ ਸਭ ਦੁੱਖ ਦਾਰਿਦਰ ਵਿਭੂਤੀ ਆਦਿਕ। ਸਾਧ ਸੰਗਤ ਜੀ, ਸਭ ਹਜੂਰ ਦੇ ਨਾਲ ਲੱਗਿਆਂ ਹੀ ਉਹਨਾਂ ਦੀ ਝੋਲੀ ਵਿੱਚ ਦਾਤਾਂ ਪੈ ਜਾਂਦੀਆਂ ਹਨ। ਨਿਰਮਲ ਭੇਖ ਅਪਾਰ। ਫਿਰ ਸਾਧ ਸੰਗਤ ਜੀ, ਜੋ ਇਹ ਨਿਰਮਲ ਭੇਖ ਸਿੱਖੀ ਪੰਥ ਖਾਲਸਾ ਪੰਥ ਹੈ। ਅਤੇ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦਾ ਨਿਰਮਲ ਹਨ ਹਜੂਰ ਜੀ। ਭੇਖ ਅਪਾਰ, ਭੇਖਾਂ ਤੋਂ ਪਰੇ ਹਨ, ਤਾਸ ਬਿਨ ਅਵਰ ਨਾ ਕੋਈ। ਭੱਟ ਸਾਹਿਬਾਨ ਜੀ ਕਹਿੰਦੇ ਹਨ, ਉਹਨਾਂ ਤੋਂ ਬਿਨਾਂ ਹੋਰ ਕੋਈ ਅਕਾਲ ਪੁਰਖ ਵਾਹਿਗੁਰੂ ਨਹੀਂ ਹਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹੀ ਸਾਖਸ਼ਾਤ ਹਰੀ ਦਾ ਰੂਪ ਹਨ। ਮਨ ਬਚ ਜਿਨ ਜਾਣਿਓ, ਜਿਨ੍ਹਾਂ ਨੇ ਆਪਣੇ ਮਨ ਕਰਕੇ ਬਚਨਾ ਕਰਕੇ ਇਹ ਜਾਣ ਲਿਆ ਹੈ ਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਨ। ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਸਾਧਨ ਲਖਾ ਮੂੜ ਨਹਿ ਪਾਇਓ। ਜਿਹੜੇ ਸ੍ਰੇਸ਼ਟ ਸਾਧੂ ਮਹਾਤਮਾ ਹਨ, ਉਹਨਾਂ ਨੇ ਇਸ ਭੇਤ ਨੂੰ ਜਾਣ ਲਿਆ ਹੈ ਤੇ ਮੂਰਖ ਅੱਜ ਵੀ ਝਗੜਦੇ ਹਨ। ਹਜੂਰ ਕਹਿੰਦੇ ਹਨ, ਮਨ ਬਚ ਜਿਨ ਜਾਣਿਓ। ਜਿਨ੍ਹਾਂ ਨੇ ਮਨ ਕਰਕੇ ਬਚਨਾ ਕਰਕੇ ਜਾਣ ਲਿਆ ਹੈ ਕਿ ਸਾਧ ਸੰਗਤ ਜੀ, ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾ ਨਰੋਆ। ਤਖਤ ਬੈਠਾ ਅਰਜਨ ਗੁਰੂ, ਸਤ ਗੁਰ ਕਾ ਖਿਵੈ ਚੰਦੋਆ। ਅੱਜ ਵੀ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਾਤਰੇ ਸ੍ਰੀ ਸਾਹਿਬ ਧਾਰਨ ਕਰਕੇ ਤਖਤ ਤੇ ਸ਼ੋਭਾ ਪਾ ਰਹੇ ਹਨ। ਹਜੂਰ ਨੇ ਸਾਧ ਸੰਗਤ ਜੀ ਸਾਡੀ ਕਲਿਆਣ ਵਾਸਤੇ ਕਲਯੁਗ ਨਰ ਤਾਰਨ, ਲਖ ਇਹ ਕਾਰਨ ਤਨ ਕੋ ਧਾਰਨ ਕੀਨ ਪ੍ਰਭੂ। ਸਾਡੇ ਕਲਯੁਗੀ ਨਰਾਂ ਨੂੰ ਤਾਰਨ ਵਾਸਤੇ ਹਜੂਰ ਨੇ ਆਪਣਾ ਤਨ ਧਾਰਨ ਕੀਤਾ ਹੈ। ਸਤਿਗੁਰ ਕਾ ਖਿਵੈ ਚੰਦੋਆ। ਅੱਜ ਵੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦਾ ਚੰਦੋਆ ਭਾਰੀ ਸ਼ੋਭਾ ਪਾ ਰਿਹਾ ਹੈ। ਭੱਟ ਸਾਹਿਬਾਨ ਕਹਿੰਦੇ ਹਨ, ਮਨ ਬਚ ਜਿਨ ਜਾਣਿਓ। ਜਿਨ੍ਹਾਂ ਨੇ ਇਸ ਭੇਦ ਨੂੰ ਜਾਣ ਲਿਆ ਹੈ, ਭਇਓ ਤਿਹ ਸਮਸਰ ਸੋਈ। ਉਹ ਹਜੂਰ ਦਾ ਹੀ ਰੂਪ ਹੋ ਗਏ ਹਨ। ਜਿਸ ਤਰ੍ਹਾਂ ਬੂੰਦ ਸਾਗਰ 'ਚ ਮਿਲ ਕੇ ਫਿਰ ਬੂੰਦ ਨਹੀਂ ਰਹਿੰਦੀ, ਸਾਗਰ ਦਾ ਰੂਪ ਹੋ ਜਾਂਦੀ ਹੈ। ਹਰ ਕੋ ਸੇਵੈ ਹਰ ਕੈ ਸੰਤ, ਹਰ ਜਨ ਹਰ ਮੈਂ ਭੇਦ ਨਾ ਰੰਚ। ਜਿਸ ਤਰ੍ਹਾਂ ਹਜੂਰ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ। ਫਿਰ ਭੱਟ ਕਹਿੰਦੇ ਹਨ, ਧਰਨ ਗਗਨ ਨਵ ਖੰਡ ਮਹਿ, ਜੋਤ ਸਭ ਰੂਪੀ ਰਹਿਓ ਭਰ। ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਜਿਹੜੇ ਭੱਟ ਮਥਰਾ ਜੀ ਹਜੂਰ ਦੇ ਦਰਸ਼ਨ ਕਰ ਰਹੇ ਹਨ, ਹਜੂਰ ਨੇ ਕਿਹਾ ਸੀ, ਭੱਟ ਜਣੋ ਸਾਨੂੰ ਭਗਤ ਕਹਿ ਕੇ ਉਚਾਰਨ ਕਰੋ। ਜਿਸ ਤਰ੍ਹਾਂ ਭੱਟ ਸਾਹਿਬਾਨ ਉਚਾਰਦੇ ਹਨ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਫਿਰ ਇੱਥੇ ਭੰਨ ਮਥਰਾ ਜੀ ਕਹਿੰਦੇ ਹਨ, ਮਹਾਰਾਜ ਜੀ
ਆਪ ਜੀਆਂ ਦੀ ਐਸੀ ਨਿਮਰਤਾ ਹੈ। ਹਜੂਰ ਦੇ ਦਰਸ਼ਨ ਕਰਦੇ ਹੋਏ ਭੱਟ ਸਾਹਿਬਾਨ ਕਹਿੰਦੇ ਹਨ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧਰਨ ਧਰਤੀ ਕੀ, ਧਰਨ ਗਗਨ ਆਕਾਸ਼ ਕੀ। ਇਹ 9 ਖੰਡ ਦੀ ਧਰਤੀ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਜਸ ਭਰਪੂਰ ਫੈਲ ਰਿਹਾ ਹੈ। ਗੁਰ ਅਰਜਨ ਪ੍ਰਤੱਖ ਹਰ ਕਹਿੰਦੇ ਹਨ, ਉਸ ਕਾਲ ਪੁਰਖ ਵਾਹਿਗੁਰੂ ਹਰੀ ਹੀ ਮਾਨੋ ਕੀ ਰੂਪ ਧਾਰ ਕੇ ਬੈਠ ਗਏ ਹਨ। ਅੱਜ ਸਾਧ ਸੰਗਤ ਜੀ, ਐਸੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਅਜੈ ਗੰਗ ਜਲ ਅਟਲ, ਜਿਨ੍ਹਾਂ ਨੇ ਸਾਧ ਸੰਗਤ ਜੀ ਇਹ ਗੁਰਬਾਣੀ ਦੀ ਗੰਗਾ ਚਲਾਈ ਹੈ। ਗੰਗਾ ਮੰਨੀ ਜਾਂਦੀ ਹੈ ਗੰਗੋਤਰੀ ਸ਼ਿਵ ਜੀ ਦੀਆਂ ਜਟਾਵਾਂ ਤੋਂ ਜਿਸ ਤਰ੍ਹਾਂ ਪੈਦਾ ਹੁੰਦੀ ਹੈ, ਪਰ ਸਾਧ ਸੰਗਤ ਜੀ ਇਹ ਜੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਜੋ ਗੰਗਾ ਚਲਾਈ ਹੈ, ਆਪ ਹਰੀ ਅਕਾਲ ਪੁਰਖ ਵਾਹਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਮੁਖਾਰ ਬਿੰਦ ਤੋਂ ਇਹ ਗੰਗਾ ਚੱਲੀ ਹੈ। ਉਹ ਗੰਗਾ ਤਾਂ ਇੱਕ ਦੇਸ਼ ਵਿੱਚ ਜਾਂਦੀ ਹੈ ਜਿੱਥੇ ਸਿੱਖ ਬੈਠੇ ਹਨ। ਅੱਗੇ ਜਿੱਥੋਂ ਪੁੱਛਿਆ ਭੱਟ ਸਾਹਿਬਾਨ ਨੂੰ, ਇਹਦੇ ਵਿੱਚ ਇਸ਼ਨਾਨ ਕੌਣ ਕਰਦੇ ਹਨ? ਕਹਿੰਦੇ ਹਨ, ਸਿੱਖ ਸੰਗਤ ਸਭ ਨਹਾਵੈ। ਸਭ ਸਿੱਖ ਸੰਗਤਾਂ ਇਹਦੇ ਵਿੱਚ ਇਸ਼ਨਾਨ ਕਰਦੀਆਂ ਹਨ। ਫਿਰ ਉਹ ਗੰਗਾ ਮੰਨਿਆ ਜਾਂਦਾ ਹੈ, ਜਿੰਨੇ ਪਾਪ ਕੀਤੇ ਹੁੰਦੇ ਹਨ ਉਹ ਲਾ ਦਿੰਦੀ ਹੈ। ਅੱਗੇ ਫਿਰ ਸਾਧ ਸੰਗਤ ਜੀ ਨਵੇਂ ਪਾਪ ਚੜ ਜਾਂਦੇ ਹਨ। ਪਰ ਐਸੀ ਹਜੂਰ ਦੀ ਗੁਰਬਾਣੀ ਦੀ ਗੰਗਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਚਲਾਈ ਹੈ। ਇੱਕ ਵਾਰ ਗੁਰਸਿੱਖ ਇਸ਼ਨਾਨ ਕਰਦਾ ਹੈ, ਜੋ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਮਨ ਬਚ ਜਿਨ ਜਾਣਿਓ, ਭਇਓ ਤਹਿ ਸਮਸਰ ਸੋਏ। ਹਜੂਰ ਦਾ ਹੀ ਰੂਪ ਹੋ ਜਾਂਦੇ ਹਨ। ਪਾਪਾਂ ਪੁੰਨਾਂ ਤੋਂ ਗੁਰਸਿੱਖ ਪਰੇ ਹੋ ਜਾਂਦੇ ਹਨ। ਹਜੂਰ ਜਿਸ ਤਰ੍ਹਾਂ ਭੱਟ ਸਾਹਿਬਾਨ ਜੀ ਫਰਮਾਉਂਦੇ ਹਨ, ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਚੀਐ ਹੈ, ਵੇਦ ਬ੍ਰਹਮਾ ਮੁਖ ਗਾਵੈ। ਜਿਸ ਤਰ੍ਹਾਂ ਵੇਦ ਬਿਆਸ ਜੀ ਪੁਰਾਣ ਬਾਚ ਰਹੇ ਹਨ, ਬ੍ਰਹਮਾ ਜੀ ਲਗਾਤਾਰ ਸਮਾਧੀ ਲਾਈ ਬੈਠੇ ਹਨ, ਵੇਦਾਂ ਦਾ ਉਚਾਰਨ ਕਰ ਰਹੇ ਹਨ। ਕੀ ਉਚਾਰਨ ਕਰਦੇ ਹਨ? ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਧੰਨ ਹੋ। ਵੇਦ ਪੁਰਾਣ ਪੜ੍ਹ ਪੜ੍ਹ ਕੇ ਵੀ ਉਹਨਾਂ ਨੂੰ ਕੋਈ ਅਲੰਕਾਰ ਹੀ ਨਹੀਂ ਮਿਲ ਰਿਹਾ ਕਿ ਹਜੂਰ ਦੀ ਉਪਮਾ ਕਿਸ ਅਲੰਕਾਰ ਨਾਲ ਕੀਤੀ ਜਾਵੇ। ਇਸੇ ਤਰ੍ਹਾਂ ਜਿਹੜੀ ਇਹ ਹਜੂਰ ਦੀ ਗੁਰਬਾਣੀ ਦੀ ਗੰਗਾ ਹੈ, ਜਿਸ ਤਰ੍ਹਾਂ ਵੇਦ ਨਿਤ ਪੁਰਾਣ ਬਾਚੀਆ ਹੈ, ਗੁਰਸਿੱਖ ਬੜੇ ਪ੍ਰੇਮ ਦੇ ਨਾਲ ਜਿਸ ਤਰ੍ਹਾਂ ਰਿਸ਼ੀ ਸਾਧੂ ਪੁਰਾਣ ਬਾਚਦੇ ਹਨ, ਮਹਾਰਾਜ ਜੀਆਂ ਦੀ ਗੁਰਬਾਣੀ ਪੜ੍ਹਦੇ ਹਨ। ਵੇਦ ਬ੍ਰਹਮਾ ਮੁਖ ਗਾਵੈ, ਮੁਖ ਤੋਂ ਹਜੂਰ ਦੇ ਗੁਰਸਿੱਖ ਬਾਣੀ ਗਾਉਂਦੇ ਹਨ, ਕਥਾ ਕੀਰਤਨ ਨਾਲ ਵਿਚਾਰ ਕਰਦੇ ਹਨ। ਹਜੂਰ ਦੇ ਵੀ ਸਮੇਂ ਜਦੋਂ ਹਜੂਰ ਬਾਣੀ ਉਚਾਰਿਆ ਕਰਦੇ, ਬਾਬਾ ਬੁੱਢਾ ਸਾਹਿਬ ਜੀ ਆਦਿਕ ਮਹਾਨ ਗੁਰਸਿੱਖ ਅਰਥ ਕਰਕੇ ਗੁਰਸਿੱਖਾਂ ਨੂੰ ਦੱਸਿਆ ਕਰਦੇ। ਇਸ ਤਰ੍ਹਾਂ ਭੱਟ ਕਹਿੰਦੇ ਹਨ, ਅਜੈ ਚਵਰ ਸਿਰ ਢੁਲੈ। ਮਹਾਰਾਜ ਜੀਆਂ ਦੇ ਸੀਸ ਤੇ ਅਜੈਤਾ ਰੂਪੀ ਚੌਰ ਸਾਹਿਬ ਝੁੱਲ ਰਿਹਾ ਹੈ। ਇਹ ਰਾਜਸੀ ਚਿੰਨ੍ਹ ਹਨ ਸਾਧ ਸੰਗਤ ਜੀ। ਜਿਹੜਾ ਰਾਜਾ ਫਿਰ ਹਾਰ ਜਾਂਦਾ ਸੀ, ਉਹਦਾ ਚੌਰ ਵੀ ਨਾਲ ਚਲੇ ਜਾਂਦਾ ਹੈ। ਪਰ ਇੱਥੇ ਤਾਂ ਹਜੂਰ ਦੇ ਸੀਸ ਤੇ ਅਜੇਤਾ ਚੌਰ, ਜਿਸ ਤਰ੍ਹਾਂ ਮਹਾਰਾਜ ਜੀਆਂ ਦੀ ਗੁਰਬਾਣੀ ਵਿੱਚ ਆਉਂਦਾ ਹੈ, ਪਵਨ ਚਵਰੋ ਕਰੈ। ਇਹ ਕੁਦਰਤ ਹੀ ਹਜੂਰ ਤੇ ਚੌਰ ਸਾਹਿਬ ਕਰ ਰਹੀ ਹੈ। ਅਜੈ ਚਵਰ ਸਿਰ ਢੁਲੈ। ਅੱਗੇ ਕਹਿੰਦੇ ਹਨ, ਨਾਮ ਅੰਮ੍ਰਿਤ ਮੁਖ ਲੀਓ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਵੀ ਹਰ ਸਮੇਂ ਹਜੂਰ ਬਾਣੀ ਜਪਦੇ ਹਨ ਮੁਖ ਤੋਂ, ਤੇ ਗੁਰਸਿੱਖਾਂ ਨੂੰ ਵੀ ਸਾਧ ਸੰਗਤ ਜੀ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ। ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਹਜੂਰ ਦੇ ਸੀਸ ਤੇ ਇਹ ਗੁਰਤਾ ਗੱਦੀ ਰੂਪੀ ਚਵਰ ਛਤਰ ਤਖਤ ਦੇ ਮਾਲਕ ਹਨ। ਹਜੂਰ ਕਿਹਨਾਂ ਨੇ ਦਿੱਤਾ ਹੈ? ਆਪ ਨਿਰੰਕਾਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਦਿੱਤਾ ਹੈ। ਜਿਸ ਸਮੇਂ ਹਜੂਰ ਨੇ ਦੇਖਿਆ ਕਿ ਸਾਡੇ ਪੁੱਤਰ ਵਿੱਚ ਐਸਾ ਸਾਡੇ ਵਾਸਤੇ ਪਿਆਰ ਹੈ, ਹਜੂਰ ਨੇ 3 ਚਿੱਠੀਆਂ ਜਿਸ ਸਮੇਂ ਲਿਖੀਆਂ ਸੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੈ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦੇਖੈ। ਮਹਾਰਾਜ ਜੀ ਕਹਿੰਦੇ ਹਨ, ਸੰਤ ਪਿਆਰੇ ਜੀਓ, ਹਜੂਰ ਆਪ ਜੀਆਂ ਦੇ ਦਰਸ਼ਨ ਕੀਤੇ ਬਿਨਾ ਮਹਾਰਾਜ ਜੀ ਪਿਆਸ ਭੁੱਖ ਵੀ ਨਹੀਂ ਜੇ ਲੱਗਦੀ। ਫਿਰ ਹਜੂਰ ਨੇ ਦੂਸਰਾ ਪੱਤਰ ਲਿਖਿਆ, ਤੀਸਰਾ ਲਿਖਿਆ, ਇੱਕ ਘੜੀ ਨਾ ਮਿਲਤੇ ਤੋ ਕਲਯੁਗ ਹੋਤਾ। ਮਹਾਰਾਜ ਜੀ ਇੱਕ ਘੜੀ ਵਾਸਤੇ ਆਪ ਜੀਆਂ ਦੇ ਦਰਸ਼ਨ ਨਹੀਂ ਹੁੰਦੇ ਤਾਂ ਹਜੂਰ ਕਲਯੁਗ ਹੀ ਹੋ ਆਉਂਦਾ ਹੈ। ਆਮ ਸਮਾਂ ਨਹੀਂ ਗੁਜ਼ਰਦਾ, ਆਮ ਯੁੱਗ ਨਹੀਂ।
ਹਜੂਰ ਕਲਯੁਗ ਹੀ ਗੁਜ਼ਰਦਾ ਹੈ। ਐਸਾ ਪ੍ਰੇਮ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਤੱਕਿਆ। ਬਾਬਾ ਬੁੱਢਾ ਸਾਹਿਬ ਜੀਆਂ ਨੂੰ ਲੈਣ ਵਾਸਤੇ ਭੇਜਿਆ। ਫਿਰ ਹਜੂਰ ਨੇ ਸਾਧ ਸੰਗਤ ਜੀ ਜਿਸ ਸਮੇਂ ਚੌਥਾ ਜਿਹੜਾ ਪੱਤਰ ਸੀ ਸਾਹਮਣੇ ਗੁਰੂ ਪਿਤਾ ਜੀਆਂ ਦੇ ਖੜ ਕੇ ਉਚਾਰਿਆ, ਹਜੂਰ ਨੇ ਜਿਸ ਸਮੇਂ ਤੱਕਿਆ ਪੁੱਤਰ ਦੇ ਹਿਰਦੇ ਵਿੱਚ ਇੰਨਾ ਪ੍ਰੇਮ ਹੈ, ਹਜੂਰ ਦੇ ਨੇਤਰਾਂ 'ਚੋਂ ਵੀ ਬਰਾਗ ਦਾ ਜਲ ਆ ਗਿਆ। ਮਹਾਰਾਜ ਜੀਆਂ ਨੇ ਸ਼ਬਦ ਉਚਾਰਨ ਕੀਤੇ, ਭਾਗ ਹੋਆ ਗੁਰ ਸੰਤ ਮਿਲਾਇਆ। ਸੰਤ ਬਾਬਾ ਬੁੱਢਾ ਸਾਹਿਬ ਜੀਆਂ ਨੇ ਵੱਡੇ ਭਾਗ ਹਨ ਸਾਡੇ ਕਿ ਸਾਨੂੰ ਗੁਰੂ ਪਿਤਾ ਜੀਆਂ ਨਾਲ ਮਿਲਾ ਦਿੱਤਾ ਹੈ। ਉਸ ਸਮੇਂ ਸਾਧ ਸੰਗਤ ਜੀ ਹਜੂਰ ਨੇ ਤਰੁੱਠ ਕੇ ਅਜਾਤਾ ਰੂਪੀ ਇਹ ਛਤਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਦਿੱਤਾ। ਜਿਸ ਤਰ੍ਹਾਂ ਆਪ ਨਿਤਾ ਪ੍ਰਤੀ ਸਾਧ ਸੰਗਤ ਜੀ ਪਿਛਲੇ 2 ਦਿਨਾਂ ਤੋਂ ਇਤਿਹਾਸ ਸ਼ਰਵਣ ਕਰ ਰਹੇ ਹੋ। ਅੱਜ ਹਜੂਰ ਉਹ ਲਾਲ ਖੂਹੀ ਵਾਲਾ ਅਸਥਾਨ ਲਾਹੌਰ ਵਿਖੇ ਜਿਹਨੂੰ ਚੰਦੂ ਦੀ ਹਵੇਲੀ ਹੈ, 5 ਗੁਰਸਿੱਖ ਧੰਨ ਭਾਈ ਪੈੜਾ ਜੀ, ਧੰਨ ਭਾਈ ਪ੍ਰਾਣਾ ਜੀ, ਧੰਨ ਭਾਈ ਜੇਠਾ ਜੀ, ਧੰਨ ਬਾਬਾ ਬਿਧੀ ਚੰਦ ਜੀ ਅਤੇ ਸਾਧ ਸੰਗਤ ਜੀ ਇਤਿਆਦਿਕ ਗੁਰਸਿੱਖ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਹਨ, ਜਿਨ੍ਹਾਂ ਦੇ ਗਲ ਦੇ ਵਿੱਚ ਬੇੜੀਆਂ ਪਾ ਕੇ ਜਿਨ੍ਹਾਂ ਨੂੰ ਬੰਨਿਆ ਹੋਇਆ ਹੈ। ਹਜੂਰ ਸਾਧ ਸੰਗਤ ਜੀ ਪਹਿਲੇ ਦਿਨ ਸ਼ਾਮ ਨੂੰ ਜਦੋਂ ਹਜੂਰ ਚੰਦੂ ਦੀ ਹਵੇਲੀ ਵਿੱਚ ਗਏ ਹਨ, ਚੰਦੂ ਨੇ ਬਹੁਤ ਸਖਤ ਬਚਨ ਬੋਲੇ ਹਨ ਹਜੂਰ ਨੂੰ ਕਿ ਤੁਸੀਂ ਮੈਨੂੰ ਕੂਕਰ ਵੀ ਕਿਹਾ ਹੈ, ਮੇਰੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰੋ। ਹਜੂਰ ਨੂੰ ਜਿਸ ਸਮੇਂ ਗੁਰਸਿੱਖ ਸੰਗਤਾਂ ਨੇ ਕਿਹਾ ਸੀ, ਚਿੱਠੀ ਲਿਖੀ ਸੀ ਮਹਾਰਾਜ ਜੀਆਂ ਨੂੰ, ਹਜੂਰ ਬੇਨਤੀ ਹੈ ਆਪ ਇਸ ਹੰਕਾਰੀ ਦਾ ਰਿਸ਼ਤਾ ਨਾ ਪ੍ਰਵਾਨ ਕਰਿਓ। ਉਸ ਸਮੇਂ ਹਜੂਰ ਨੇ ਕਿਹਾ ਸੀ, ਚੰਦੂ ਤੂੰ ਚੁਬਾਰਾ ਹੈ ਤੇ ਤੂੰ ਉੱਚਿਆਂ ਨਾਲ ਤੇਰਾ ਮੇਲ ਹੈ, ਅਸੀਂ ਨੀਵੇਂ ਹਾਂ, ਸਾਡੇ ਨਾਲ ਤੇਰਾ ਕੀ ਮੇਲ। ਇੰਨੀ ਨਿਮਰਤਾ ਹੈ ਹਜੂਰ ਦੇ ਵਿੱਚ। ਫਿਰ ਚੰਦੂ ਨੇ ਕਿਹਾ ਤੁਸੀਂ ਕੂਕਰ ਕਿਹਾ ਸੀ ਮੈਨੂੰ। ਹਜੂਰ ਨੇ ਕਿਹਾ ਸੀ ਅਸੀਂ ਤੈਨੂੰ ਕੂਕਰ ਨਹੀਂ ਕਿਹਾ, ਪਰ ਜੇ ਸਾਡੇ ਕਿਸੇ ਗੁਰਸਿੱਖ ਨੇ ਕਿਹਾ ਹੈ ਤਾਂ ਸਮਝੀ ਅਸੀਂ ਹੀ ਤੈਨੂੰ ਕੂਕਰ ਕਿਹਾ ਹੈ। ਐਸੇ ਨਿਰਭੈਤਾ ਦੇ ਵਾਕ ਸੁਣੇ ਹਨ ਚੰਦੂ ਨੇ। ਅਗਲੇ ਦਿਨ ਫਿਰ ਸਵੇਰੇ ਆਇਆ ਹੈ, ਉਹ ਦਿਨ ਕਹਿ ਗਿਆ ਸੀ ਜੇ ਸੌਣ ਨੂੰ ਕਹਿਣ ਤਾਂ ਕਹਿਣਾ 1 ਲੱਖ ਰੁਪਈਆ ਦੇਵੋ, ਜੇ ਕਹਿਣ ਕੁਝ ਪੀਣਾ ਹੈ ਫਿਰ ਵੀ ਕਹਿਣਾ 1 ਲੱਖ ਰੁਪਈਆ ਪਹਿਲਾਂ ਦੇਵੋ, ਫਿਰ ਕੁਝ ਖਾਣ ਪੀਣ ਨੂੰ ਦਿੱਤਾ ਜਾਵੇਗਾ, ਇਹਨਾਂ ਨੂੰ ਸੌਣ ਵੀ ਨਾ ਦਿੱਤਾ ਜਾਵੇ। ਉਸ ਸਮੇਂ ਹਜੂਰ ਨੇ ਬਚਨ ਕਹੇ ਸੀ, ਚੰਦੂ ਮੈਂ ਨਾ ਹੀ ਤੇਰੇ ਘਰ ਦਾ ਕੁਝ ਖਾਵਾਂਗੇ, ਨਾ ਹੀ ਕੁਝ ਪੀਵਾਂਗੇ, ਤੇ ਨਾ ਹੀ ਹਜੂਰ ਕਹਿੰਦੇ ਹਨ ਤੇਰੇ ਘਰੇ ਸੌਵਾਂਗੇ। ਉਸ ਸਮੇਂ ਸਾਧ ਸੰਗਤ ਜੀ ਅਗਲੇ ਦਿਨ ਚੰਦੂ ਆਉਂਦਾ ਹੈ, ਦੇਖਦਾ ਹੈ ਬਿਨਾਂ ਕੁਝ ਖਾਦੇ ਪੀਤੇ, ਬਿਨਾਂ ਨੀਂਦਰੇ ਤੋਂ ਚਿਹਰਾ ਉਸੇ ਤਰ੍ਹਾਂ ਧੜਕਾ ਮਾਰਦਾ ਹੈ, ਚਿਹਰੇ ਤੇ ਤੇਜ ਪ੍ਰਤਾਪ ਹੈ। ਪਾਪੀ ਫਿਰ ਸੜ ਜਾਂਦਾ ਹੈ। ਸਿਪਾਹੀਆਂ ਨੂੰ ਕਹਿੰਦਾ ਹੈ, ਸੁਣਾਉਂਦਾ ਹੋਇਆ ਹਜੂਰ ਨੂੰ, ਇੱਕ ਦੇਗਚੇ ਵਿੱਚ ਜਿਸ ਤਰ੍ਹਾਂ ਜਾਲੋ ਬਾਲਿਆ ਜਾਵੇ, ਕਹਿੰਦਾ ਹੈ ਹੋਰ ਲੱਕੜਾਂ ਥੱਲੇ ਪਾਈਆਂ ਜਾਣ। ਉਸ ਸਮੇਂ ਹਜੂਰ ਨੂੰ ਕਹਿੰਦਾ ਹੈ ਤੁਹਾਨੂੰ ਇਸ ਵਿੱਚ ਬਿਠਾਇਆ ਜਾਵੇਗਾ, ਕਹਿੰਦਾ ਹੈ ਮੇਰੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰ ਲਵੋ। ਹਜੂਰ ਮੁਖ ਤੋਂ ਕੁਝ ਨਾ ਸੀ ਬੋਲੇ। ਸਿਪਾਹੀਆਂ ਨੂੰ ਕਹਿੰਦਾ ਹੈ ਇਹਨਾਂ ਨੂੰ ਪਕੜ ਕੇ ਇਸ ਵਿੱਚ ਬਿਠਾਇਆ ਜਾਵੇ। ਹਜੂਰ ਆਪਣੇ ਆਪ ਹੀ ਉੱਠ ਕੇ ਸਾਧ ਸੰਗਤ ਜੀ ਹਜੂਰ ਦੇ ਕਦਮ ਉਸ ਦੇਗੇ ਵੱਲ ਚੱਲੇ ਹਨ। ਹਜੂਰ ਅਡੋਲ ਸਮਾਧਾ ਲਾ ਕੇ ਉਸ ਦੇਗੇ ਵਿੱਚ ਬੈਠ ਗਏ ਹਨ। ਇਧਰ ਭਾਈ ਪ੍ਰਾਣਾ ਜੀ ਗਲ ਦੇ ਵਿੱਚ ਬੇੜੀਆਂ ਹਨ, ਜਰਿਆ ਨਹੀਂ ਗਿਆ ਹਜੂਰ ਵੱਲ ਦੇਖ ਕੇ, ਭੱਜਦੇ ਹਨ ਆਪਦੇ ਵੱਲੋਂ ਥੱਲੇ ਘੜੀਸਦੇ ਹਨ ਤੇ ਚੰਦੂ ਦੇ ਸਿਪਾਹੀ ਭਾਈ ਪ੍ਰਾਣਾ ਜੀ ਆਦਿਕ ਗੁਰਸਿੱਖਾਂ ਨੂੰ ਡੰਡਿਆਂ ਦੇ ਨਾਲ ਕੁੱਟਦੇ ਹਨ। ਹਜੂਰ ਪਹਿਲਾਂ ਤਾਂ ਨਾ ਸੀ ਕੁਝ ਮੁਖ ਤੋਂ ਬੋਲੇ, ਸਿੱਖਾਂ ਦੇ ਵੱਜਦੇ ਹੋਏ ਡੰਡੇ ਹਜੂਰ ਤੋਂ ਵੀ ਸਾਧ ਸੰਗਤ ਜੀ ਜਦੋਂ ਤੱਕਿਆ ਹੈ ਮਹਾਰਾਜ ਜੀਆਂ ਨੇ, ਹਜੂਰ ਨੇ ਫਰਮਾਇਆ ਭਾਈ ਪ੍ਰਾਣਾ ਕੁੱਟ ਕਿਉਂ ਖਾਨਾ ਹੈ। ਉਸ ਸਮੇਂ ਭਾਈ ਪ੍ਰਾਣਾ ਕਹਿੰਦਾ ਹਜੂਰ ਸਾਡੇ ਇਸ ਜੀਵ ਪ੍ਰਾਣ ਕਾਦੇ ਵਾਸਤੇ ਨੇ, ਹਜੂਰ ਆਪ ਦੇਗਿਆਂ ਵਿੱਚ ਬੈਠੋ, ਸਾਡੇ ਨਰੋਏ ਸਰੀਰ ਨੇ ਮਹਾਰਾਜ ਜੀ, ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ। ਉਸ ਸਮੇਂ ਹਜੂਰ ਨੇ ਕਿਹਾ ਸੀ ਭਾਈ ਪ੍ਰਾਣਾ ਇਹ ਸਾਡੀ ਮੌਜ ਹੈ, ਅਕਾਲ ਪੁਰਖ ਵਾਹਿਗੁਰੂ ਦਾ ਜਿਸ ਤਰ੍ਹਾਂ ਭਾਣਾ ਹੈ ਤੇਰਾ ਭਾਣਾ ਮਿੱਠਾ ਲੱਗੈ। ਹਜੂਰ ਕਹਿੰਦੇ ਹਨ ਭਾਈ ਪ੍ਰਾਣਾ ਜੀ ਕਹਿੰਦੇ ਮਹਾਰਾਜ ਜੀ ਤੱਕਿਆ ਨਹੀਂ ਜੇ ਜਾਂਦਾ। ਹਜੂਰ ਨੇ ਕਿਹਾ ਸੀ ਨੇਤਰ ਨੀਵੇਂ ਕਰ ਲੋ ਭਾਈ ਪ੍ਰਾਣਾ ਜੀ, ਜੇ ਨਹੀਂ ਦੇਖਿਆ ਜਬ ਸਾਡੀ ਮੌਜ ਹੈ ਵਾਹਿਗੁਰੂ। ਉਸ ਸਮੇਂ ਭਾਈ ਪ੍ਰਾਣਾ ਜੀ ਕਹਿੰਦੇ ਹਨ ਹਜੂਰ ਆਪ ਮੁਖ ਤੋਂ ਨਹੀਂ ਨੇਤਰਾਂ ਨਾਲ ਹੀ ਇਸ਼ਾਰਾ ਕਰ ਦੋ,
ਇਹ ਦਿੱਲੀ ਤੇ ਲਾਹੌਰ ਕੀ ਮੈਂ ਆਪਣੀਆਂ ਬਾਹਾਂ ਤੇ ਚੱਕ ਕੇ ਹਜੂਰ ਤਾੜੀ ਮਾਰ ਕੇ ਇਹਨਾਂ ਨੂੰ ਭਸਮ ਕਰ ਦਵਾਂ। ਹਜੂਰ ਨੇ ਕਿਹਾ ਸੀ ਭਾਈ ਪੁਰਾਣਾ ਇੰਨੀਆਂ ਸ਼ਕਤੀਆਂ ਤੇਰੇ ਵਿੱਚ ਕਿੱਥੋਂ ਆਈਆਂ ਹਨ? ਮਹਾਰਾਜ ਜੀ ਆਪ ਜੀਆਂ ਦੀ ਸੇਵਾ ਕਰਕੇ। ਹਜੂਰ ਨੇ ਕਿਹਾ ਫਿਰ ਸਤਿਗੁਰਾਂ ਵਿੱਚ ਸ਼ਕਤੀ ਨਹੀਂ ਹੋਣੀ ਭਾਈ ਪੁਰਾਣਾ? ਜੇ ਸਮਝਦਾ ਹੈ ਤਾਂ ਨੇਤਰ ਨੀਵੇਂ ਕਰਕੇ ਪਿੱਛੇ ਖੜ ਜਾ। ਲਾਚਾਰ ਹੋ ਕੇ ਭਾਈ ਪੁਰਾਣਾ ਜੀ ਪਿੱਛੇ ਖੜ ਜਾਂਦੇ ਹਨ। ਹਜੂਰ ਸਾਰਾ ਦਿਨ ਸਾਧ ਸੰਗਤ ਜੀ ਦੇਗਚੇ ਦੇ ਵਿੱਚ ਬੈਠੇ ਰਹਿੰਦੇ ਹਨ। ਸ਼ਾਮ ਨੂੰ ਚੰਦੂ ਪਾਪੀ ਕੱਢਦਾ ਹੈ। ਦੇਗਚੇ ਵਿੱਚ ਇਸ ਤਰ੍ਹਾਂ ਬੈਠੇ ਹਨ ਜਿੱਦਾਂ ਫੁੱਲਾਂ ਦੀ ਸੇਜਾ ਤੇ ਬੈਠੇ ਹੋਣ। ਅੱਗ ਨੇ ਵੀ ਆਪਣਾ ਸੁਭਾਅ ਗਰਮ ਤੋਂ ਸੀਤਲ ਕਰ ਲਿਆ ਹੈ। ਉਥੇ ਸਾਧ ਸੰਗਤ ਜੀ ਲਾਹੌਰ ਦੇ ਗੁਰਸਿੱਖ ਬਾਹਰ ਘਰਾਂ ਘਰਾਂ ਵਿੱਚ ਜਾ ਕੇ ਪੁੱਛਦੇ ਹਨ, ਹਜੂਰ ਜਹਾਂਗੀਰ ਨੂੰ ਮਿਲਣ ਗਏ ਸੀ, ਵਾਪਸ ਨਹੀਂ ਆਏ। ਆਪਣੇ ਮਨ ਵਿੱਚ ਗੁਰਸਿੱਖ ਸੋਚਦੇ ਹਨ, ਸ਼ਾਇਦ ਹਜੂਰ ਕਿਤੇ ਸੁਦਾਸਰ ਅੰਮ੍ਰਿਤਸਰ ਸਾਹਿਬ ਨੂੰ ਤਾਂ ਨਹੀਂ ਵਾਪਸ ਚਲੇ ਗਏ। ਗੁਰਸਿੱਖਾਂ ਦੇ ਮਨ ਦੀ ਭਾਵਨਾ ਸੀ, ਇੱਕ ਦੂਜੇ ਦੇ ਘਰਾਂ ਵੱਲ ਤੱਕਦੇ ਹਨ। ਫਿਰ ਪਤਾ ਲੱਗਦਾ ਹੈ ਕਿ ਚੰਦੂ ਦੇ ਘਰੇ ਜਿਸ ਸਮੇਂ ਹਜੂਰ ਗਏ ਕਿਸੇ ਸਿਪਾਹੀ ਨੇ ਦੱਸਿਆ ਸੀ ਸ਼ਾਮ ਦੇ ਵਕਤ। ਗੁਰਸਿੱਖ ਸਾਧ ਸੰਗਤ ਜੀ ਚੰਦੂ ਨੇ ਐਲਾਨ ਕਰ ਦਿੱਤਾ ਸੀ ਕਿ ਕੋਈ ਵੀ 5 ਸਿੰਘ ਕਤਰ ਨਾ ਹੋਣ, ਜਿਸ ਤਰ੍ਹਾਂ ਇਹ ਸਰਕਾਰਾਂ ਸ਼ੁਰੂ ਤੋਂ ਕਰਦੀਆਂ ਆਈਆਂ ਹਨ। ਇੱਕ ਗੁਰਸਿੱਖ ਨੇ ਜਿਸ ਤਰ੍ਹਾਂ ਬਾਹਰ ਜਾ ਕੇ ਤੱਕਿਆ, ਭਾਈ ਪੁਰਾਣਾ ਜੀ ਰੱਸੇ ਪਾਏ ਡਿਉੜੀ ਵਿੱਚ ਬੰਨੇ ਹਨ, ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹਨ। ਜਿਸ ਸਮੇਂ ਗੁਰਸਿੱਖ ਨੇ ਤੱਕਿਆ ਕੋਈ ਹਜੂਰ ਦੀ ਗੁਰਬਾਣੀ ਦਾ ਉਚਾਰਨ ਕਰ ਰਿਹਾ ਹੈ, ਨਿਸ਼ਚਾ ਹੋ ਆਇਆ ਮਣਾ ਹੋਵੇ ਨਾ ਹੋਵੇ ਹਜੂਰ ਇੱਥੇ ਹੀ ਨੇ। ਉਸ ਸਮੇਂ ਸਿਪਾਹੀ ਡੰਡੇ ਮਾਰਦਾ ਕਹਿੰਦਾ ਹੈ, ਕੀ ਬੁੜਬੁੜ ਕਰਦਾ ਹੈ, ਚੁੱਪ ਕਰਕੇ ਤੂੰ ਇੱਥੇ ਬੈਠ ਜਾ। ਅਗਲਾ ਦਿਨ ਸਾਧ ਸੰਗਤ ਜੀ ਫਿਰ ਗੁਰਸਿੱਖਾਂ ਨੂੰ ਪਤਾ ਲੱਗਾ ਹੈ, ਸਿਪਾਹੀ ਬਾਹਰ ਗੁਰਸਿੱਖਾਂ ਨੂੰ ਭਜਾ ਦਿੰਦੇ ਹਨ। ਲਾਚਾਰ ਬੇਵੱਸ ਹੋਏ ਗੁਰਸਿੱਖ, ਵਸ ਨਹੀਂ ਚੱਲਦਾ। ਇਸੇ ਵਸ ਨੂੰ ਤੋੜਨ ਵਾਸਤੇ ਹਜੂਰ ਨੇ ਸਾਧ ਸੰਗਤ ਜੀ ਸ਼ਹਾਦਤ ਦਿੱਤੀ ਹੈ। ਮਰੀਆਂ ਹੋਈਆਂ ਕੌਮਾਂ ਸਾਧ ਸੰਗਤ ਜੀ ਐਸੀ ਸ਼ਹਾਦਤ ਦੇਖ ਕੇ ਦੰਗ ਰਹਿ ਜਾਂਦੀਆਂ ਹਨ। ਅੱਗੇ ਜਿਸ ਤਰ੍ਹਾਂ ਜ਼ਿਕਰ ਆਵੇਗਾ, ਆਓ ਸਾਧ ਸੰਗਤ ਜੀ। ਫਿਰ ਚੰਦੂ ਦੀ ਜਿਹੜੀ ਨੌਂ ਸੀ, ਇਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਕਿਸੇ ਗੁਰਸਿੱਖ ਦੀ ਪੁੱਤਰੀ ਸੀ। ਇਸ ਦੇ ਪੁੱਤਰ ਨਾਲ ਵਿਆਹੀ ਆਈ ਸੀ ਚੰਦੂ ਦੇ। ਹਜੂਰ ਦਾ ਬਾਬਤ ਪਤਾ ਲੱਗਦਾ ਹੈ ਕਿ ਜਿਨ੍ਹਾਂ ਸਤਿਗੁਰਾਂ ਨੂੰ ਮਨਾ ਸੀ ਸਾਰੀ ਉਮਰ ਸੀਸ ਝੁਕਾਉਂਦੇ ਆਏ ਹਾਂ, ਸਾਡੇ ਹੀ ਘਰ ਵਿੱਚ ਹਜੂਰ ਨੂੰ ਇੰਨੇ ਤਸੀਹੇ ਦਿੱਤੇ ਜਾ ਰਹੇ ਹਨ। ਚੰਦੂ ਦੀ ਨੌਂ ਆਪਣੇ ਗਹਿਣੇ ਜਿਸ ਤਰ੍ਹਾਂ ਸਿਪਾਹੀ ਨੂੰ ਲਾਲਚ ਦੇ ਕੇ ਜਾਂਦੀ ਹੈ, ਇੱਕ ਜਲ ਦੇ ਵਿੱਚ ਮਿੱਠਾ ਘੋਲ ਕੇ ਲੈ ਕੇ ਜਾਂਦੀ ਹੈ। ਮਣਾ ਹਜੂਰ ਨੇ ਕੁਝ ਛਕਿਆ ਨਹੀਂ ਹੋਣਾ। ਚੰਦੂ ਦੀ ਨੌਂ ਜਦੋਂ ਹਜੂਰ ਕੋਲ ਗਈ, ਹਜੂਰ ਦੇ ਪਾਸ ਬੈਠੀ ਹੈ। ਹਜੂਰ ਨੇ ਸ਼ਾਬਾਸ਼ ਦਿੱਤੀ ਸੀ, ਕਿਹਾ ਸੀ ਪੁੱਤਰੀ ਸ਼ਾਬਾਸ਼ ਹੈ ਤੈਨੂੰ, ਪਰ ਅਸੀਂ ਇਸ ਪਾਪੀ ਦੇ ਘਰ ਦਾ ਨਾ ਹੀ ਕੁਝ ਛਕਾਂਗੇ ਨਾ ਹੀ ਕੁਝ ਪੀਵਾਂਗੇ, ਨਾਲੇ ਅਸੀਂ ਇਸ ਦੀਆਂ ਜੜ੍ਹਾਂ ਪੱਟ ਕੇ ਹੁਣ ਖਾਰੇ ਸਮੁੰਦਰ ਵਿੱਚ ਪਾ ਦਿੱਤੀਆਂ ਹਨ। ਬਹੁਤਾ ਸਮਾਂ ਨਹੀਂ ਲੱਗੇਗਾ। ਤੂੰ ਵੀ ਜੇ ਭਲਾ ਚਾਹੁੰਦੀ ਹੈ, ਜਿਸ ਦਿਨ ਅਸੀਂ ਸੱਚਖੰਡ ਨੂੰ ਪਿਆਨਾ ਕਰਨਾ ਹੈ, ਤੂੰ ਵੀ ਆਪਣੇ ਪ੍ਰਾਣ ਤਿਆਗ ਦੇਈਂ ਸਾਡੇ ਨਾਲ। ਅੰਗੀਕਾਰ ਨਾ ਗੁਰਕਸ਼ ਕੀਨੋ। ਹਜੂਰ ਨੇ ਕੁਝ ਵੀ ਉਸ ਪਾਪੀ ਦੇ ਘਰ ਦਾ ਅੰਗੀਕਾਰ ਨਹੀਂ ਕੀਤਾ। ਹਜੂਰ ਜੇ ਛਕ ਲੈਂਦੇ ਉਸ ਪਾਪੀ ਨੂੰ ਪੁੰਨ ਲੱਗ ਜਾਣਾ ਸੀ। ਹਟ ਗਮਣੀ ਮਰਬੋ ਨਿਜ ਚੀਨੋ। ਚੰਦੂ ਦੀ ਨੌ ਪਿੱਛੇ ਆ ਗਈ ਹੈ, ਮਨ ਵਿੱਚ ਆਪਣਾ ਮਰਨਾ ਮਾਂਡ ਕੇ ਅਧਿਕ ਦੁਖੀ ਹੋਏ ਪਰੀ ਵਿਚਾਰੀ। ਬੜਾ ਹਿਰਦੇ ਦੇ ਵਿੱਚ ਦੁੱਖ ਹੈ ਮਣਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਨਿੱਕੇ ਹੁੰਦੇ ਤੋਂ ਸਤਿਗੁਰਾਂ ਦੀ ਸੇਵਾ ਕਰਦੇ ਆਏ ਹਾਂ, ਬਸ ਨਾ ਬਸਾਵੈ ਹੋਏ ਲਚਾਰੀ। ਵਸ ਨਹੀਂ ਚੱਲਦਾ, ਲਾਚਾਰ ਹੋ ਕੇ ਵਾਪਸ ਆ ਗਈ ਹੈ। ਅਗਲਾ ਦਿਨ ਜਿਸ ਤਰ੍ਹਾਂ ਦੂਸਰਾ ਸਾਧ ਸੰਗਤ ਜੀ, ਪਹਿਲੇ ਦਿਨ ਹਜੂਰ ਭੁੱਖੇ ਭਾਣੇ ਬੈਠੇ ਹਨ ਉੱਥੇ, ਫਿਰ ਦੂਸਰਾ ਦਿਨ ਚੱਲਿਆ, ਸਾਰਾ ਦਿਨ ਹਜੂਰ ਦੇਗਚੇ 'ਚ ਬੈਠੇ ਹਨ। ਅੱਜ ਤੀਸਰਾ ਦਿਨ ਜਿਸ ਤਰ੍ਹਾਂ ਚੜ੍ਹਦਾ ਹੈ, ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਉਸ ਲਾਹੌਰ ਦੀ ਧਰਤੀ ਤੇ ਪਹੁੰਚੀਏ। ਮਹਾਰਾਜ ਜੀ ਕਿਰਪਾ ਕਰਨ, ਜੋ ਇਹ ਕਥਾ ਸੁਣੇ ਧਰ ਧਿਆਨ, ਗੁਰਸਿੱਖੀ ਪ੍ਰਾਪਤ ਹੋਵੇ ਨਾਮ। ਜੋ ਪ੍ਰੇਮ ਤੇ ਸ਼ਰਧਾ ਭਾਵਨਾ ਨਾਲ ਹਜੂਰ ਦੀ ਕਥਾ ਸੁਣਦਾ ਹੈ, ਕਵੀ ਜੀ ਕਹਿੰਦੇ ਹਨ, ਗੁਰਸਿੱਖੀ ਦੇ ਨਾਲ ਨਾਲ ਉਹਨਾਂ ਨੂੰ ਨਾਮ ਦੀ ਵੀ ਪ੍ਰਾਪਤੀ ਹੁੰਦੀ ਹੈ। ਹਜੂਰ ਕਿਰਪਾ ਕਰਨ, ਹਜੂਰ ਦੇ ਚਰਣਾ ਕਮਲਾਂ ਦਾ ਧਰੀਏ ਧਿਆਨ। ਦੇਹੀ ਦੇ ਕਲਿਆਣ ਵਾਸਤੇ ਦੋਨੋਂ ਹੱਥ ਜੋੜ ਕੇ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਬੀਤ ਜਾਮਨੀ ਸੋ ਤਬ ਗਈ। ਸਾਧ ਸੰਗਤ ਜੀ, ਉਹ ਪਹਿਰ ਰਾਤ ਵੀ ਬੀਤ ਜਾਂਦੀ ਹੈ।
ਬੈਠੇ ਗੁਰ ਪ੍ਰਭਾਤ ਤਬ ਭਈ। ਹਜੂਰ ਸਮਾਧੀ ਨਿਜ ਸਰੂਪ ਵਿੱਚ ਬੈਠੇ ਹਨ। ਸਾਰਾ ਦਿਨ ਪਾਪੀ ਨੇ ਦੇਗਚੇ ਵਿੱਚ ਹਜੂਰ ਨੂੰ ਉਬਾਲਿਆ ਹੈ, ਪਰ ਇੱਕ ਰਸ ਹਜੂਰ ਦਾ ਚਿਹਰਾ ਪ੍ਰਤਾਪ ਸਹਿਤ ਹੈ। ਅੰਮ੍ਰਿਤ ਵੇਲਾ ਹੋਇਆ ਹੈ। ਚੰਦੂ ਦੁਸ਼ਟ ਵਿਚਾਰਤ ਮਨ ਮੈਂ। ਉਸ ਸਮੇਂ ਜਿਹੜਾ ਚੰਦੂ ਪਾਪੀ ਆਪਣੇ ਮਨ ਵਿੱਚ ਵਿਚਾਰ ਘੜਦਾ ਹੈ। ਅਗਨ ਤਾਪ ਤੇ ਪੀਰ ਨਾ ਤਨ ਮੈਂ। ਕਹਿੰਦਾ ਹੈ ਆਗਣੇ ਤਾਂ ਇਹਨਾਂ ਨੂੰ ਜਮਾ ਵੀ ਪੀੜ ਨਹੀਂ ਦਿੱਤੀ। ਹਾਂਜੀ, ਤਰਾਸ ਪਾਏ ਨਹਿ ਮਾਨੀ ਬਾਤ। ਨਾ ਹੀ ਇਹਨਾਂ ਨੂੰ ਕੋਈ ਡਰ ਲੱਗਾ ਹੈ ਤੇ ਨਾ ਹੀ ਇਹਨਾਂ ਨੇ ਮੇਰੀ ਗੱਲ ਮੰਨੀ ਹੈ। ਨਹਿ ਜਾਣਤ ਮੇਰੋ ਹੋਏ ਘਾਤ। ਨਾ ਹੀ ਇਹਨਾਂ ਨੇ ਇਹ ਮਨ ਵਿੱਚ ਵਿਚਾਰਿਆ ਹੈ ਕਿ ਸਾਡੀ ਮੌਤ ਹੋ ਜਾਵੇਗੀ। ਸਾਧ ਸੰਗਤ ਜੀ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਮਹਾਰਾਜ ਜੀਆਂ ਨੇ ਇਹ ਬ੍ਰਹਮ ਗਿਆਨੀ ਦੇ ਲੱਛਣ ਦੱਸੇ ਹਨ। ਐਸਾ ਧੀਰਜ ਬ੍ਰਹਮ ਗਿਆਨ ਦੇ ਹੀ ਲੱਛਣ ਹਜੂਰ ਸਰੀਰ ਤੇ ਦਿਖਾ ਰਹੇ ਹਨ। ਤਪਤ ਬਾਰ ਕੀ ਲੱਗੀ ਨਾ ਕਉ। ਕਹਿੰਦਾ ਹੈ ਇਹਨਾਂ ਨੂੰ ਮਾੜੀ ਜਿੰਨੀ ਵੀ ਤਪਤ ਲੱਗੀ ਨਹੀਂ। ਆਗਣੇ ਮਾਨੋ ਕਿ ਇਹਨਾਂ ਨੂੰ ਥੋੜਾ ਵੀ ਮਾਤਰ ਨਹੀਂ ਪੋਇਆ। ਬਾਰੂ ਤਪਤ ਲਗਾਏ ਵਸਉ। ਹੁਣ ਕਹਿੰਦਾ ਹੈ ਬਾਰੂ ਰੇਤਾ ਇਹਨਾਂ ਨੂੰ ਤੱਤੀ ਕਰਕੇ ਇਹਨਾਂ ਦੇ ਸੀਸ ਤੇ ਪਾਉਣਾ ਹਾਂ, ਫਿਰ ਦੇਖਦਾ ਹਾਂ ਕਿਵੇਂ ਨਹੀਂ ਮੰਨਦੇ। ਇਮ ਚਿਤਵਤ ਹੀ ਖਾਏ ਆਹਾਰਾ। ਐਵੇਂ ਹੀ ਮਨ ਵਿੱਚ ਚਿਤਵਣੀਆਂ ਕਰਦਾ ਪਾਪੀ ਭੋਜਨ ਛਕਦਾ ਹੈ। ਆਏ ਪਾਤ ਕੀ ਬੜ ਹਤਿਆਰਾ। ਤੇ ਪਾਪੀ ਵੱਡਾ ਹਤਿਆਰਾ ਫਿਰ ਹਜੂਰ ਦੇ ਪਾਸ ਆਉਂਦਾ ਹੈ। ਪੌਰ ਵਿਖੈ ਸਿੱਖਣ ਕੋ ਹੇਰਾ। ਜਿਸ ਸਮੇਂ ਪੌੜ ਦਰਵਾਜ਼ੇ ਵਿੱਚ 5 ਸਿੰਘ ਮਹਾਰਾਜ ਜੀਆਂ ਦੇ, ਜਿਨ੍ਹਾਂ ਨੇ ਬਚਪਨ ਤੋਂ ਹੀ ਹਜੂਰ ਦੇ ਨਾਲ ਸੰਗ ਕੀਤਾ ਹੈ, ਉਹਨਾਂ ਵਾਲੇ ਪਾਪੀ ਤੱਕਦਾ ਹੈ। ਠਾਂਡੋ ਹੋਏ ਕਹਿਓ ਤਿਸ ਬੇਰਾ। ਉਸ ਸਮੇਂ ਖੜ ਕੇ ਕਹਿੰਦਾ ਹੈ ਭਾਈ ਪ੍ਰਾਣਾ ਜੀਆਂ ਵੱਲ ਤੱਕ ਕੇ, ਇਹ ਸਿੱਖ ਰੰਕ ਕਹਿਤ ਕਿਹਾ ਕਾਲੀ। ਇਹ ਸਿੰਘ ਕੱਲ ਮੈਨੂੰ ਰੰਕ ਕਹਿੰਦਾ ਸੀ। ਹਾਂਜੀ, ਕਰਹੋ ਤਾੜਨਾ ਇਨਹਿ ਵਿਛਾਲੀ। ਕਹਿੰਦਾ ਹੈ ਇਹਨਾਂ ਨੂੰ ਕੁੱਟਣਾ ਕਰੋ। ਇਹ ਰੰਕ ਭਾਵ ਇਹ ਜਿਹੜੇ ਕੰਗਾਲ ਸਿੱਖ ਨੇ, ਇਹ ਕੱਲ ਕੀ ਕਹਿੰਦੇ ਸੀ? ਭਾਈ ਪ੍ਰਾਣਾ ਜੀਆਂ ਨੇ ਕਿਹਾ ਸੀ ਹਜੂਰ ਮੈਂ ਦਿੱਲੀ ਤੇ ਲਾਹੌਰ ਨੂੰ ਆਪਣੇ ਡੌਲਿਆਂ ਤੇ ਚੱਕ ਲਵਾਂਗਾ। ਮਹਾਰਾਜ ਜੀ ਆਪ ਮੁਖ ਤੋਂ ਨਹੀਂ, ਨੇਤਰਾਂ ਨਾਲ ਹੀ ਕੇਵਲ ਇਸ਼ਾਰਾ ਕਰੋ। ਇੰਨੀ ਅਜਰ ਸ਼ਕਤੀ ਭਾਈ ਪ੍ਰਾਣਾ ਜੀ ਅੰਦਰ ਜਰੀ ਬੈਠੇ ਹਨ। ਇਹ ਪਾਪੀ ਸੋਚਦਾ ਹੈ ਕਿ ਤੇ ਐਵੇਂ ਹਜੂਰ ਦੇ ਗੁਰਸਿੱਖ ਬਚਨ ਕਰਦੇ ਹਨ। ਕਹਿੰਦਾ ਹੈ ਕੰਗਾਲ ਸਿੱਖ ਕੱਲ ਕੀ ਕਹਿੰਦਾ ਸੀ, ਇਹਨੂੰ ਤਾੜਨਾ ਕਰੋ। ਡਰ ਪਾਵਤ ਮੋਹਿ ਅਚਰਜ ਦੇਬਾ। ਕਹਿੰਦਾ ਹੈ ਮੈਨੂੰ ਆਪਣੀ ਸ਼ਕਤੀਆਂ ਦਾ ਡਰ ਦਿਖਾਉਂਦਾ ਸੀ, ਦੇਖਦਾ ਹਾਂ ਮੈਂ। ਛੁਟੀ ਬੇ ਕਾਰਨ ਕਰਤ ਫਰੇਬਾ। ਕਹਿੰਦਾ ਹੈ ਫਰੇਬ ਕਰਦਾ ਹੈ ਇਹ ਛੁੱਟਣ ਕਾਰਨ, ਪਰ ਉਹ ਕੀ ਜਾਣਦਾ ਹੈ ਕਿੰਨੀਆਂ ਸ਼ਕਤੀਆਂ ਨੂੰ ਭਾਈ ਪ੍ਰਾਣਾ ਜੀ ਅੰਦਰ ਜੜੀ ਬੈਠੇ ਹਨ। ਮੁਸ਼ਕਲ ਮੁਝ ਤੇ ਹੋਣ ਖਲਾਸੀ। ਤਾਂ ਕਹਿੰਦਾ ਹੈ ਮੇਰੇ ਤੋਂ ਬਚ ਕੇ ਜਾਣਾ। ਹੁਣ ਗੁਰਸਿੱਖੋ ਭੁੱਲ ਹੀ ਜਾਵੋ ਤੁਸੀਂ। ਮਾਨਹਿ ਜੇ ਨਹਿ ਤੋ ਦੇ ਫਾਸੀ। ਜੇ ਨਹੀਂ ਮੰਨੋਗੇ ਤਾਂ ਤੁਹਾਨੂੰ ਫਾਂਸੀ ਦੇ ਦਿੱਤੀ ਜਾਵੇਗੀ। ਇਨ ਜੈਸਣ ਤੇ ਸੁਣ ਗਰਭਾਇਓ। ਤਾਂ ਕਹਿੰਦਾ ਹੈ ਹਜੂਰ ਵੱਲ ਤੱਕ ਕੇ ਇਹਨਾਂ 5 ਗੁਰਸਿੱਖਾਂ ਦੇ ਬਚਨ ਸੁਣ ਕੇ ਇਹ ਹੰਕਾਰੀ ਬੈਠੇ ਹਨ। ਸਾਧ ਸੰਗਤ ਜੀ ਇਸ ਨੂੰ ਧਰਮ ਵਿੱਚ ਦ੍ਰਿੜਤਾ ਦੱਸਦੇ ਹਨ। ਹਜੂਰ ਧਰਮ ਵਿੱਚ ਦ੍ਰਿੜਤਾ ਹੈ, ਪਾਪੀ ਉਸ ਨੂੰ ਹੰਕਾਰ ਦੱਸਦਾ ਹੈ। ਨਹੀਂ ਮੋਹੇ ਕਹੋ ਮਨ ਮਹਿ ਲਿਆਇਓ। ਕਹਿੰਦਾ ਹੈ ਮੇਰਾ ਡਰ ਇਹਨਾਂ ਨੇ ਮਨ ਵਿੱਚ ਹੀ ਨਹੀਂ ਲਿਆਂਦਾ। ਚੰਦੂ ਪਾਪੀ ਸੋਚਦਾ ਹੈ ਇਮ ਕਹਿ ਸੋਟੇ ਕੁਛ ਮਰਵਾਏ। ਇੰਜ ਕਹਿ ਕੇ ਜਿਹੜੇ 5 ਗੁਰਸਿੱਖ ਸੀ, ਭਾਈ ਪ੍ਰਾਣਾ ਜੀ, ਭਾਈ ਪੈੜਾ ਜੀ, ਭਾਈ ਲੰਗਾ ਜੀ ਇਤਿਆਦਿਕ, ਭਾਈ ਜੇਠਾ ਜੀ, ਸਾਧ ਸੰਗਤ ਜੀ, ਉਹਨਾਂ ਦੇ ਸੋਟੇ ਮਰਵਾਏ ਹਨ ਪਾਪੀ ਨੇ। ਰਹੇ ਮੌਨ ਗੁਰ ਤੇ ਡਰ ਪਾਏ। ਉਸ ਸਮੇਂ ਸਾਧ ਸੰਗਤ ਜੀ ਸਿੰਘ ਮਹਾਰਾਜੀਆਂ ਦੇ ਭੈ ਤੋਂ ਡਰ ਕਾਰਨ ਜੋ ਪ੍ਰੇਮ ਹੈ ਮੌਨ ਹੀ ਬੈਠੇ ਰਹੇ, ਕੁਝ ਮੁਖ ਤੋਂ ਨਾ ਉਚਾਰਿਆ। ਨਹੀਂ ਛਕਤ ਕਿਨ ਕੀਨ ਦਿਖਾਵਣ। ਉਸ ਸਮੇਂ ਕਹਿੰਦੇ ਹਨ ਕਿਵੇਂ ਮੈਂ ਦੇਖਦਾ ਹਾਂ ਚੰਦੂ ਕੀ ਸ਼ਕਤੀ ਨਹੀਂ ਦਿਖਾਉਂਦੇ ਹੁਣ। ਬੈਠ ਰਹੇ ਕਰ ਮਨ ਮੁਰਝਾਵਣ। ਗੁਰ ਕੇ ਸਿੱਖ ਮਨ ਮੁਰਝਾਏ ਹੋਏ ਹਨ। ਹਜੂਰ ਦੀ ਆਗਿਆ ਨਹੀਂ, ਅਜਰ ਸ਼ਕਤੀ ਜਰੀ ਬੈਠੇ ਹਨ। ਪੁੰਨ ਗਮਨਿਓ ਸਤ ਗੁਰ ਕੇ ਪਾਸ। ਫਿਰ ਇਹ ਚੰਦੂ ਸਤਿਗੁਰਾਂ ਦੇ ਪਾਸ ਆਉਂਦਾ ਹੈ। ਕਹੈ ਕੁਬਾਕ ਉਪਾਵਹਿ ਤਰਾਸ। ਕੁਬਾਕ
ਖੋਟੇ ਬਚਨ ਹਜੂਰ ਨੂੰ ਕਹਿੰਦਾ ਹੈ ਤੇ ਇਹਦੇ ਮਨ ਵਿੱਚ ਸੀ ਕਿ ਮੈਂ ਹਜੂਰ ਨੂੰ ਡਰਾ ਲਵਾਂਗਾ। ਕੂਕਰ ਕਹਿਬੇ ਕੋ ਫਲ ਜੋਈ। ਕਹਿੰਦਾ ਹੈ ਤੁਸੀਂ ਮੈਨੂੰ ਕੂਕਰ ਭਾਵ ਕੁੱਤਾ ਕਿਹਾ ਸੀ, ਉਸ ਦਾ ਫਲ ਤੁਹਾਨੂੰ ਦਿੰਦਾ ਹਾਂ। ਲਹਿਓ ਕੇ ਨਹੀਂ ਬਤਾਵੋ ਸੋਈ। ਲਹਿਓ ਕੇ ਨਹੀਂ ਬਤਾਵੋ ਸੋਈ। ਉਹ ਫਲ ਹਜੇ ਤਿੱਕਰ ਮਿਲਿਆ ਕਿ ਨਹੀਂ, ਦੱਸਣਾ ਕਰੋ ਦੇਗੇ ਵਿੱਚ ਬੈਠ ਕੇ। ਹਜੂਰ ਨੇ ਸਾਧ ਸੰਗਤ ਜੀ ਕੂਕਰ ਨਾ ਸੀ ਕਿਹਾ, ਮਿੱਠ ਬੋਲੜਾ ਜੀ। ਹਜੂਰ ਤਾਂ ਸਦੇ ਮਿੱਠਾ ਬਚਨ ਬੋਲਦੇ ਹਨ, ਪਰ ਨਿਰਭੈ ਹੋ ਕੇ ਹਜੂਰ ਨੇ ਕਿਹਾ ਸੀ, ਚੰਦੂ ਜੇ ਉਦੋਂ ਨਹੀਂ ਕਿਹਾ ਤੈਨੂੰ ਅਸੀਂ ਹੁਣ ਕਹਿੰਦੇ ਹਾਂ। ਪਰ ਮੁਖ ਤੋਂ ਹਜੂਰ ਨੇ ਫਿਰ ਵੀ ਨਹੀਂ ਕਿਹਾ ਸੀ। ਹਜੂਰ ਨੇ ਕਿਹਾ ਸੀ ਜੇ ਸਾਡੇ ਸਿੱਖ ਨੇ ਕਿਹਾ ਹੈ ਤਾਂ ਚੰਦੂ ਸਮਝ ਅਸੀਂ ਹੀ ਕਿਹਾ ਹੈ। ਇਹ ਚੰਦੂ ਕਹਿੰਦਾ ਹੈ ਹਜੇ ਤਾਂ ਮੈਂ ਕੁਝ ਵੀ ਸਜ਼ਾ ਤੁਹਾਨੂੰ ਦਿੱਤੀ ਹੀ ਨਹੀਂ। ਅਬਲੋ ਕਹਾਂ ਸਾਸਨਾ ਬਣੀ। ਕਹਿੰਦਾ ਹੈ ਹਜੇ ਤਿੱਕਰ ਤਾਂ ਕੁਝ ਵੀ ਨਹੀਂ ਮੈਂ ਤੁਹਾਨੂੰ ਸਜ਼ਾ ਦਿੱਤੀ। ਦੇਖੋ ਆਜ ਹੋਏ ਜਿਮ ਘਣੀ। ਹੁਣ ਦੇਖਿਓ ਅੱਜ ਮੈਂ ਤੁਹਾਡੇ ਨਾਲ ਕਿਹੋ ਜਿਹਾ ਸਲੂਕ ਕਰਦਾ ਹਾਂ। ਹੋਤ ਨਹੀਂ ਮੈਂ ਮਿਥਿਆ ਬਾਦੀ। ਕਹਿੰਦਾ ਹੈ ਹੋਵੇਗਾ ਕੋਈ ਮਿਥਿਆ ਬਚਨ ਨਹੀਂ ਮੈਂ ਕਹੇ। ਦਿਓ ਅਤ ਗਮੀ ਕੇ ਦਿਓ ਅਬ ਸ਼ਾਦੀ। ਕਹਿੰਦਾ ਹੈ ਤੁਹਾਨੂੰ ਜਦੋਂ ਦੁੱਖ ਮਿਲੇਗਾ, ਜਿਹੜੀ ਮੇਰੀ ਛਾਤੀ ਤੁਸੀਂ ਛਾੜੀ ਸੀ, ਮੈਨੂੰ ਠੰਡ ਪਵੇਗੀ। ਜਿਸ ਧਨ ਕੋ ਠਾਣਤ ਹੰਕਾਰ। ਸਤਿਗੁਰਾਂ ਨੂੰ ਕਹਿੰਦਾ ਹੈ ਜਿਹੜੇ ਧਨ ਦਾ ਤੁਸੀਂ ਹੰਕਾਰ ਕਰਦੇ ਹੋ, ਇਹ ਸਾਧ ਸੰਗਤ ਜੀ ਗੁਰੂ ਘਰ ਦੀ ਜੋ ਕਮਾਈ ਹੈ। ਹਜੂਰ ਨੂੰ ਸਾਧ ਸੰਗਤ ਜੀ 1 ਲੱਖ ਰੁਪਈਆ ਕੀ ਸੀ, ਮਹਾਰਾਜ ਜੀ 3 ਦਿਨਾਂ ਦੇ ਕੋਈ ਇੱਕ ਜਲ ਦਾ ਗਲਾਸ ਨਹੀਂ ਛਕਿਆ। ਕੀ ਸੀ 1 ਲੱਖ ਰੁਪਈਆ ਜੇ ਹਜੂਰ ਦੇ ਕੇ ਕਹਿੰਦੇ ਕਿ ਇੱਕ ਜਲ ਦਾ ਗਲਾਸ ਛਕਾ ਦੇਵੇ। ਪਰ ਸਾਧ ਸੰਗਤ ਜੀ ਗੁਰੂ ਘਰ ਦੀ ਕਮਾਈ ਪਵਿੱਤਰ ਹੁੰਦੀ ਹੈ। ਗੁਰੂ ਕੀ ਕਾਰ ਭੇਟਾ ਇਹ ਹਜੂਰ ਦੇ ਲੰਗਰਾਂ ਤੇ ਹਜੂਰ ਦੀਆਂ ਜੋ ਸੇਵਾਵਾਂ ਵਾਸਤੇ ਲੱਗਦੀ ਹੈ। ਹਜੂਰ ਨੂੰ ਕਹਿੰਦਾ ਹੈ ਧਨ ਦਾ ਤੁਸੀਂ ਮਾਣ ਕਰਦੇ ਹੋ, ਸੋ ਸਭ ਜਪਤ ਕਰੋ ਘਰ ਬਾਰ। ਕਹਿੰਦਾ ਹੈ ਉਹ ਮੈਂ ਸਭ ਜਪਤ ਕਰ ਲਵਾਂਗਾ, ਤੁਹਾਡਾ ਸਾਰਾ ਘਰ-ਬਾਰ ਸਭ ਕੁਝ। ਪ੍ਰਥਮ ਕਰੋ ਤੇਰੋ ਤਨ ਘਾਤ। ਪਹਿਲਾਂ ਤਾਂ ਤੁਹਾਨੂੰ ਮੈਂ ਮੌਤ ਦੇ ਘਾਤ ਉਤਾਰ ਦਵਾਂਗਾ। ਪੁੰਨ ਗਹਿਵਾਏ ਲਿਹੋ ਤੁਵਤਾਤ। ਫਿਰ ਤੁਹਾਡੇ ਪੁੱਤਰ ਨੂੰ ਧਰਮਵੀਰ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਬਾਬਤ ਬਚਨ ਕਹਿੰਦਾ ਹੈ, ਤੁਹਾਡੇ ਪੁੱਤਰ ਨੂੰ ਫਿਰ ਮੈਂ ਪਕੜ ਕੇ ਨਾਤਾ ਮਾਨਹਿ ਕਰੋ ਖਲਾਸੀ। ਜੇ ਤਾਂ ਮੇਰੀ ਪੁੱਤਰੀ ਦਾ ਨਾਤਾ ਮੰਨ ਲਵੋਗੇ ਫਿਰ ਤਾਂ ਮੈਂ ਖਲਾਸੀ ਕਰ ਦਵਾਂਗਾ। ਨਾਹੇ ਤਾਂ ਹਤੋਂ ਘਾਲ ਕਰ ਵਾਸੀ। ਨਹੀਂ ਤਾਂ ਮੈਂ ਤੁਹਾਡੇ ਪੁੱਤਰ ਨੂੰ ਵੀ ਤੁਹਾਡੇ ਵਾਂਗੂ ਘਾਤ ਭਾਵ ਮਾਰ ਦਵਾਂਗਾ। ਤਬ ਪ੍ਰਾਪਤ ਹੋਏ ਮਨ ਚਿਤ ਛਾਤੀ। ਤਾਂ ਉਸ ਸਮੇਂ ਮੇਰੇ ਮਨ ਤੇ ਛਾਤੀ ਦੇ ਵਿੱਚ ਠੰਡ ਪੈ ਜਾਵੇਗੀ। ਵਿਧਵਾ ਲਖੋਂ ਸੁਤਾ ਪਛਤਾਈ। ਮੈਂ ਆਪਣੀ ਪੁੱਤਰੀ ਨੂੰ ਵਿਧਵਾ ਜਾਣ ਕੇ ਹੀ ਖੁਸ਼ ਹੋਵਾਂਗਾ। ਇਮ ਕਹਿ ਪਾਠ ਵਿਖੈ ਤੇ ਬਾਰੂ। ਇਸ ਸਮੇਂ ਸਾਧ ਸੰਗਤ ਜੀ ਕਹਿ ਕੇ ਇਸ ਨੇ ਪੱਠੀ ਦੇ ਵਿੱਚੋਂ ਤਪਦਾ ਹੋਇਆ ਰੇਤਾ, ਇੱਕ ਤਾਂ ਸਾਧ ਸੰਗਤ ਜੀ ਇਹ ਜੇਠ ਹਾੜ ਦੇ ਮਹੀਨੇ ਹਨ, ਤੱਤੀ ਲੋਹ ਵਗਦੀ ਹੈ, ਉਤੋਂ ਹਜੂਰ ਨੇ ਜਲ ਦੀ ਬੂੰਦ ਆਦਿਕ ਨਹੀਂ ਛਕੀ। ਇੱਧਰ ਇਸ ਚੰਦੂ ਕਹਿੰਦਾ ਹੈ ਇਸ ਪੱਠੀ ਦੇ ਵਿੱਚੋਂ ਰੇਤਾ ਕੱਢ ਕੇ ਮੰਗਵਾਇਸ ਤੇਹ ਕਰੈ ਨਿਹਾਰੂ। ਉਸ ਸਮੇਂ ਇਹਨੇ ਸਿਪਾਹੀਆਂ ਤੋਂ ਮੰਗਾਉਣਾ ਕੀਤੀ ਹੈ। ਤਪਤ ਕਰਨ ਕੀ ਆਏ ਦਈ। ਇਸ ਰੇਤਾ ਨੂੰ ਹੋਰ ਤਪਾਉਣ ਦੀ ਇਸ ਨੇ ਆਗਿਆ ਦਿੱਤੀ ਹੈ। ਬਹੁਤ ਸਮਦਾ ਉਪਰ ਤਿਸ ਪਈ। ਬਹੁਤ ਜ਼ਿਆਦਾ ਲੱਕੜਾਂ ਰੱਖ ਕੇ ਉਸ ਰੇਤ ਨੂੰ ਬਹੁਤ ਇਸ ਜ਼ਾਲਮ ਨੇ ਤਪਾਇਆ ਹੈ। ਦੇ ਆਂਚ ਤਪਤ ਕਰਵਾਇਓ। ਤਾਂ ਸਾਧ ਸੰਗਤ ਜੀ ਹੋਰ ਸਿਪਾਹੀਆਂ ਨੂੰ ਹੁਕਮ ਦੇ ਕੇ ਇਸ ਪਾਪੀ ਨੇ ਰੇਤਾ ਤਪਾਉਣਾ ਕੀਤੀ ਹੈ। ਅਗਨ ਸਮਾਨ ਤੇਜ ਪਿਛਵਾਇਓ। ਰੇਤਾ ਸਾਧ ਸੰਗਤ ਜੀ ਲਾਲ ਅੱਗ ਦੇ ਅੰਗਾਰੇ ਬਣ ਚੁੱਕੇ ਹਨ। ਇੱਕ ਜੇਸਠ ਕੀ ਰੁੱਤ ਅਤ ਘਾਮ। ਇੱਕ ਤਾਂ ਕਵੀ ਜੀ ਕਹਿੰਦੇ ਹਨ ਜੇਠ ਦੀ ਰੁੱਤ ਹੈ, ਘਾਮ ਬਹੁਤ ਜ਼ਿਆਦਾ ਤੇਜ ਗਰਮੀ ਵਰਦੀ ਹੈ। ਮਹਾ ਤਪ ਤੇ ਤਪੈ ਤਮਾਮ। ਮਹਾ ਤਪ ਕਰਕੇ ਪੁੰਜੇ ਜੇ ਦੇਸ਼ ਦੀ ਧਰਤੀ ਤੇ ਦੇਖਿਆ ਜਾਵੇ ਕੀੜੀ ਵੀ ਸੜ ਜਾਂਦੀ ਹੈ, ਐਸਾ ਤੇਜ ਧੁੱਪ ਦਾ ਹੁੰਦਾ ਹੈ। ਲੋਵਾ ਚਲਹਿ ਸਹੀ ਨਹਿ ਜਾਹੇ। ਤੇ ਇੱਕ ਤੱਤੀ ਲੋਹ ਚੱਲਦੀ ਹੈ ਜਿਹੜੀ ਚਮੜੀ ਸਾੜਦੀ ਹੈ, ਕਿਸੇ ਤੋਂ ਸਹੀ ਨਹੀਂ ਜਾਂਦੀ। ਪੁੰਨ ਪਾਵਕ ਕੋ ਭਾਵੋ ਦਾਹੇ। ਤਾਂ ਉੱਪਰ ਇਹ ਚੰਦੂ ਕਹਿ ਰਿਹਾ ਹੈ
ਇਸ ਅੱਗ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇ। ਜਿਸ ਦਿਨ ਤੇ ਪਰਵਿਛੇ ਗੁਣ ਖਾਨੀ, ਜਿਸ ਦਿਨ ਤੋਂ ਗੁਣਾ ਦੀ ਖਾਣ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਪਾਪੀ ਚੰਦੂ ਦੇ ਘਰ ਵਿੱਚ ਪ੍ਰਵੇਸ਼ ਕੀਤੇ ਹਨ। ਅਚਿਓ ਨਾ ਭੋਜਨ ਪੀਓ ਨਾ ਪਾਣੀ, ਮਹਾਰਾਜ ਜੀਆਂ ਨੇ ਕੁਝ ਭੋਜਨ ਨਹੀਂ ਖਾਧਾ, ਕੁਝ ਜਲ ਨਹੀਂ ਛਕਿਆ, ਫਿਰ ਵੀ ਹਜੂਰ ਇੱਕ ਰਸ ਮਹਾਰਾਜ ਜੀ ਨਿਜ ਸਰੂਪ ਚ ਸਮਾਧਾ ਲਾਈ ਬੈਠੇ ਹਨ। ਸਿਕਤਾ ਤਪਤ ਬਿਲੋਕਤ ਬੋਲਾ, ਜਿਸ ਸਮੇਂ ਤਪਦੀ ਹੋਈ ਉਹ ਅੰਗਾਰਿਆਂ ਵਰਗੀ ਰੇਤਾ ਤੱਕਦਾ ਹੈ ਚੰਦੂ, ਫਿਰ ਮੁਖ ਤੋਂ ਕਹਿੰਦਾ ਹੈ ਮਨੋ ਨਰਕ ਡਰ ਡਾਪਣ ਖੋਲਾ। ਮਹਾਰਾਜ ਜੀਆਂ ਬਾਬਤ ਜਿਸ ਤਰ੍ਹਾਂ ਇਹਨੇ ਕਿਹਾ ਰੇਤ ਪਾਈ ਜਾਵੇਗੀ, ਕਵੀ ਜੀ ਕਹਿੰਦੇ ਹਨ ਪਾਪੀ ਨੇ ਮੰਨ ਲਓ ਉਹ ਰੇਤ ਨਹੀਂ ਖੋਲੀ, ਆਪਣੇ ਲਈ ਨਰਕ ਦਾ ਦੁਆਰਾ ਖੋਲ ਲਿਆ ਹੈ। ਲਿਆਵੋ ਵਹਿਰ ਦਿਖਾਹੇ ਬਿਠਾਵੋ, ਤਾਂ ਕਹਿੰਦਾ ਹੈ ਹਜੂਰ ਨੂੰ ਬਾਹਰ ਲੈ ਕੇ ਹੁਣ ਇੱਥੇ ਬਿਠਾਇਆ ਜਾਵੇ। ਨਹਿਜੇ ਕਰੈ ਤਰਾਸ ਉਪਜਾਵੋ, ਜੇ ਨਹੀਂ ਆਉਂਦੇ ਤੇ ਫਿਰ ਡਰ ਧਾਰਨ ਕਰਾਓ ਇਹਨਾਂ ਨੂੰ। ਤਬ ਸਤਿਗੁਰ ਉਠ ਬਾਹਰ ਆਏ, ਉਸ ਸਮੇਂ ਹਜੂਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਆਪ ਹਜੂਰ ਦੇ ਕਦਮ ਉਸ ਰੇਤਾ ਵੱਲ ਵਧੇ ਹਨ। ਧਰਨੀ ਧਰਨੀ ਧੀਰ ਦਿਖਾਏ, ਕਵੀ ਜੀ ਕਹਿੰਦੇ ਹਨ ਮਾਨੋ ਕਿ ਹਜੂਰ ਧਰਤੀ ਨੂੰ ਹੀ ਧੀਰਜ ਰੱਖਣ ਦਾ ਵੱਲ ਸਿਖਾ ਰਹੇ ਹਨ। ਹਰਖ ਸ਼ੋਖ ਕੋ ਲੇਛ ਨਾ ਹਿਰਦੇ, ਮਹਾਰਾਜ ਜੀਆਂ ਦੇ ਹਿਰਦੇ ਵਿੱਚ ਨਾ ਕੋਈ ਹਰਖ ਹੈ, ਖੁਸ਼ੀ ਹੈ, ਨਾ ਕੋਈ ਗਮੀ ਹੈ, ਇੱਕ ਰਸ ਹਜੂਰ ਬੈਠੇ ਹਨ। ਸੰਤ ਤੇ ਬ੍ਰਹਮ ਗਿਆਨੀ ਸਾਧੂਆਂ ਵਾਲੀਆਂ ਜੋ ਸੁਖਮਨੀ ਸਾਹਿਬ ਵਿੱਚ ਹਜੂਰ ਨੇ ਪੰਕਤੀਆਂ ਉਚਾਰੀਆਂ ਸੀ, ਸਾਈਂ ਮੀਆਂ ਮੀਰ ਜੀ ਨੇ ਪੁੱਛਿਆ ਸੀ ਹਜੂਰ, ਜਿਸ ਸਮੇਂ ਹਜੂਰ ਨੇ ਉਚਾਰਿਆ ਸੀ ਬ੍ਰਹਮ ਗਿਆਨੀ ਕੈ ਧੀਰਜ ਏਕ, ਜੋ ਕੋ ਬਸਦਾ ਕੋ ਖੋਦੈ ਕੂ ਚੰਦਨ ਲੇਪ। ਹਜੂਰ ਧਰਤੀ ਵਰਗਾ ਧੀਰਜ ਕਿਸ ਵਿੱਚ ਹੋ ਸਕਦਾ ਹੈ? ਤੁਸੀਂ ਕਹਿੰਦੇ ਹੋ ਧਰਤੀ ਨੂੰ ਕੋਈ ਪੁੱਟਦਾ ਹੈ, ਧਰਤੀ ਉਸ ਨੂੰ ਕਦੇ ਗਾਲ ਨਹੀਂ ਕੱਢਦੀ। ਧਰਤੀ ਨੂੰ ਕੋਈ ਚੰਦਨ ਲਾਵੇ, ਧਰਤੀ ਉਸ ਨੂੰ ਵਰ ਨਹੀਂ ਦਿੰਦੀ, ਇੱਕ ਸਮਾਨ ਰਹਿੰਦੀ ਹੈ। ਹਜੂਰ ਐਸਾ ਵੀ ਕੋਈ ਮਨੁੱਖ ਹੈ? ਹਜੂਰ ਨੇ ਆਖਿਆ ਸੀ ਸਾਈਂ ਮੀਆਂ ਮੀਰ ਜੀ ਸਮਾਂ ਆਵੇਗਾ ਇਹ ਪੰਕਤੀਆਂ ਤੁਹਾਨੂੰ ਸਰੀਰ ਤੇ ਹੰਢਾ ਕੇ ਦਿਖਾ ਦਵਾਂਗੇ। ਅੱਜ ਕਵੀ ਜੀ ਕਹਿੰਦੇ ਹਨ ਮਾਨੋ ਕਿ ਇੰਨੀਆਂ ਸ਼ਕਤੀਆਂ ਜਰੀ ਬੈਠੇ ਹਨ, ਧਰਤੀ ਨੂੰ ਧੀਰਜ ਰੱਖਣ ਦਾ ਹੀ ਮਹਾਰਾਜ ਜੀ ਵੱਲ ਸਿਖਾ ਰਹੇ ਹਨ। ਤਨ ਹੰਤਾ ਉਤਪਤ ਨਹੀਂ ਕਦੇ, ਮਹਾਰਾਜ ਜੀਆਂ ਨੇ ਤਨ ਦੀ ਹੰਤਾ ਉਤਪਤੀ ਨਹੀਂ ਹੋਈ ਕਦੇ। ਜਹਾਂਗੀਰ ਨੇ ਪੁੱਛਿਆ ਸੀ ਮਹਾਰਾਜ ਜੀ ਤੁਹਾਡੇ ਘਰ ਦਾ ਕੀ ਸਿਧਾਂਤ ਹੈ? ਜਿਸ ਸਮੇਂ ਪਾਪੀਆਂ ਨੇ ਆਖਿਆ ਸੀ ਇਹਨਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਰਚਨਾ ਕੀਤੀ ਹੈ ਜੋ ਇਸਲਾਮ ਦੇ ਖਿਲਾਫ ਹੈ, ਹਜੂਰ ਨੇ ਨਿਰੁੱਤਰ ਕਰ ਦਿੱਤੇ ਸੀ ਸਾਰੇ। ਮਹਾਰਾਜ ਜੀਆਂ ਨੇ ਫਿਰ ਦੱਸਿਆ ਸੀ ਇਹ ਧੁਰ ਕੀ ਬਾਣੀ ਆਈ ਹੈ। ਫਿਰ ਹਜੂਰ ਨੇ ਆਖਿਆ ਸੀ ਇੱਕ ਤਾਂ ਹਉਮੈ ਨੂੰ ਛੱਡਣਾ, ਦੂਸਰਾ ਵਾਹਿਗੁਰੂ ਦੇ ਨਾਮ ਵਿੱਚ ਜਿਸ ਤਰ੍ਹਾਂ ਪਹਿਲਾ ਹਜੂਰ ਨੇ ਆਖਿਆ ਹੁਕਮ ਮੰਨਣਾ, ਭਾਣਾ ਮੰਨਣਾ ਮੇਰੇ ਵਾਹਿਗੁਰੂ ਦਾ, ਦੂਸਰਾ ਸੀ ਸਿਮਰਨ ਵਿੱਚ ਹਰ ਸਮੇਂ ਜੁੜਨਾ, ਤੀਸਰਾ ਤਨ ਦਾ ਅਭਿਆਸ ਛੱਡਣਾ ਭਾਵ ਹਉਮੈ ਤਿਆਗਣੀ। ਇਹ ਤਨ ਸਾਧ ਸੰਗਤ ਜੀ ਹਜੂਰ ਹੀ ਕਿਰਪਾ ਕਰਨ। ਬ੍ਰਹਮ ਗਿਆਨੀ ਦੀ ਅਵਸਥਾ ਮਹਾਰਾਜ ਜੀ ਜਿਸ ਤਰ੍ਹਾਂ ਸਰੀਰ ਤੇ ਹੀ ਦਿਖਾ ਰਹੇ ਹਨ। ਜਸ ਅਵਸਥਾ ਹੋਏ ਬ੍ਰਹਮ ਗਿਆਨੀ, ਜੈਸੀ ਬ੍ਰਹਮ ਗਿਆਨੀ ਦੀ ਅਵਸਥਾ ਹੈ ਹਜੂਰ ਉਹ ਪ੍ਰਗਟ ਕਰਕੇ ਦਿਖਾ ਰਹੇ ਹਨ। ਜਗ ਮਹਿ ਜਨ ਜਨਾਏ ਬਿਦਮਾਨੀ, ਜਿਸ ਤਰ੍ਹਾਂ ਮਹਾਰਾਜ ਜੀਆਂ ਨੇ ਜਗ ਦੇ ਵਿੱਚ ਇਹ ਜਣਾ ਦਿੱਤੀ ਹੈ ਕਿ ਬ੍ਰਹਮ ਗਿਆਨੀ ਨਹੀਂ ਤਾਂ ਸ਼ੰਕਾ ਕਰਨਾ ਸੀ, ਐਸਾ ਧੀਰਜ ਵੀ ਕਿਸੇ ਵਿੱਚ ਹੋ ਸਕਦਾ ਹੈ। ਮਹਾਰਾਜ ਜੀਆਂ ਨੇ ਸਰੀਰ ਤੇ ਹੀ ਹੰਢਾ ਕੇ ਦੱਸ ਦਿੱਤਾ ਹੈ। ਭੂਖ ਨਾ ਪਿਆਸ ਨਾ ਮੁਖ ਮੁਰਝਾਇਆ, ਨਾ ਹੀ ਭੁੱਖ ਮਹਾਰਾਜ ਜੀਆਂ ਨੂੰ ਲੱਗੀ ਹੈ, ਨਾ ਹੀ ਪਿਆਸ ਹੈ। ਮੁਖ ਮਰਝਾਉਣਾ ਤਾਂ ਕੀ ਸੀ, ਸਗੋਂ ਜ਼ਿਆਦਾ ਤੇਜ ਪ੍ਰਤਾਪ ਦੇ ਸਹਿਤ ਹੋ ਗਿਆ ਹੈ। ਮਨ ਕੀ ਬ੍ਰਿਤ ਇੱਕ ਰਸ ਸੁਖ ਪਾਇਆ, ਮਹਾਰਾਜ ਜੀ ਮਨ ਚਿਤ ਬਿਰਤੀ ਇੱਕ ਰਸ ਬੈਠੇ ਹਨ। ਲੇਸ਼ ਮਾਤਰ ਵੀ ਇਹ ਤਤੀਆਂ ਹਵਾਵਾਂ ਹਜੂਰ ਨੂੰ ਪੋ ਨਾ ਸਕੀਆਂ। ਕਹਿਸ ਕਠੋਰ ਚੰਦ ਕੁਲ ਘਾਤੀ, ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਕਠੋਰ ਕੁਲ ਘਾਤੀ ਚੰਦੂ ਪਾਪੀ ਕਹਿੰਦਾ ਹੈ। ਬਾਣੀ 'ਚ ਬਚਨ ਆਉਂਦੇ ਹਨ ਗੁਰ ਅਰਜਨ ਪੁਰਖ ਪ੍ਰਮਾਣ ਪਾਰਥੋ ਚਾਲੇ ਨਹੀਂ, ਤਤੀਆਂ ਤਵੀਆਂ ਵੀ ਹਜੂਰ ਨੂੰ ਚਲਾਏ ਮਾਣ ਨਹੀਂ ਸੀ ਕਰ ਸਕੀਆਂ। ਇਹ ਚੰਦੂ ਪਾਪੀ ਫਿਰ ਕਹਿੰਦਾ ਹੈ ਇਨ ਕੀਨਸ ਛਾਤੀ ਮੁਝ ਤਾਤੀ, ਕਹਿੰਦਾ ਹੈ ਇਹਨਾਂ ਨੇ ਮੇਰੀ ਛਾਤੀ ਗਰਮ ਕੀਤੀ ਹੈ। ਹਜੂਰ ਦੇ ਨਾਲ ਪਾਪੀ ਅਜਾਏ ਹੀ ਈਰਖਾ ਕਰਦਾ ਹੈ।
ਤਿਮ ਅਬ ਤਪਾਵੋ ਉਤਪਾਤੀ। ਕਹਿੰਦਾ ਹੈ ਹੁਣ ਮੈਂ ਇਹਨਾਂ ਨੂੰ ਵੀ ਉਸੇ ਤਰ੍ਹਾਂ ਤਪਾਉਣਾ ਕਰਾਂਗਾ। ਇਸ ਤੇ ਪਰੇ ਨ ਅਪਰ ਅਰਾਤੀ। ਕਹਿੰਦਾ ਹੈ ਇਹਨਾਂ ਤੋਂ ਪਰੇ ਹੋਰ ਕੋਈ ਮੇਰਾ ਦੁਸ਼ਮਣ ਨਹੀਂ ਹੈ। ਧਰੀ ਮੌਣ ਅਬ ਆਏ ਨ ਬਾਣੀ। ਮਹਾਰਾਜ ਜੀਆਂ ਨੂੰ ਕਹਿੰਦਾ ਹੈ ਕਿਵੇਂ ਚੁੱਪ ਬੈਠੇ ਹਨ, ਹੁਣ ਮੁਖ ਤੋਂ ਕੋਈ ਬਚਨ ਨਹੀਂ ਉਚਾਰਦੇ। ਬੈਣਤ ਬੋਲਤ ਬਨ ਬ੍ਰਹਮ ਗਿਆਨੀ। ਕਹਿੰਦੇ ਹਜੂਰ ਤਾਂ ਸਾਧ ਸੰਗਤ ਜੀ ਬ੍ਰਹਮ ਗਿਆਨੀ ਦੀ ਨਿਆਈ ਇੱਕ ਰਸ ਬੈਠੇ ਹਨ। ਕੂਕਰ ਕਹਿਓ ਕਲੰਕਤ ਕੀਓ। ਚੰਦੂ ਕਹਿੰਦਾ ਹੈ ਮੈਨੂੰ ਕੂਕਰ ਕੁੱਤਾ ਕਿਹਾ ਸੀ, ਇਹਨਾਂ ਨੇ ਕਲੰਕਕ ਕੀਤਾ ਸੀ। ਅਬ ਤਪੋ ਜਿਮ ਤਪ ਮਮ ਹੀਓ। ਕਹਿੰਦਾ ਹੈ ਹੁਣ ਮੈਂ ਇਸ ਤਰ੍ਹਾਂ ਇਹਨਾਂ ਨੂੰ ਤਪਾਵਾਂਗਾ ਜਿਸ ਤਰ੍ਹਾਂ ਮੇਰਾ ਹਿਰਦਾ ਤਪਦਾ ਹੈ। ਸਿਕਤਾ ਤਪਤ ਅਰੂੜਨ ਲਾਗੇ। ਜਿਸ ਸਮੇਂ ਤਤੀ ਰੇਤਾ ਪਾਉਣ ਲੱਗੇ ਹਨ ਹਜੂਰ ਦੇ ਉੱਪਰ, ਬੋਲੇ ਸੁਣਿਆ ਹੈ ਮੂੜ ਕੁਭਾਗੇ। ਉਸ ਸਮੇਂ ਮੂੜ ਕੁਭਾਗੀ ਇਹ ਚੰਦੂ ਸਾਧ ਸੰਗਤ ਜੀ ਮੂਰਖ ਨੂੰ ਸੁਣਾਉਂਦੇ ਹਨ। ਆਪਣੋ ਭਾਖਿਓ ਨਹੀਂ ਵਿਚਾਰਤ। ਮਹਾਰਾਜ ਜੀ ਕਹਿੰਦੇ ਹਨ ਆਪਣਾ ਕਿਹਾ ਤੂੰ ਨਹੀਂ ਵਿਚਾਰਦਾ। ਕੂਕਰ ਹਵੈ ਕਿਰਾੜ ਚੱਖ ਮਾਰਤ। ਇਧਰ ਸਿੱਖਾਂ ਨੇ ਕਿਹਾ ਹੈ ਪਾਪੀਆ ਤੂੰ ਵਿਚਾਰ, ਕੁੱਤਾ ਹੋ ਕੇ ਕੀ ਝੱਖਾ ਮਾਰਦਾ ਹੈ। ਸਕਲ ਬੰਸ ਕੀ ਜੜਾਂ ਉਖਾਰੈ। ਆਪਣੇ ਜੜ ਬੰਸ ਦੀਆਂ ਤੂੰ ਜੜਾਂ ਪੱਟ ਦਿੱਤੀਆਂ ਨੇ। ਆਪਣੇ ਪਰ ਅਪਦਾ ਬਹੁ ਢਾਰੈ। ਇਹ ਮਾਨੋ ਕਿ ਹਜੂਰ ਤੇ ਤੱਤਾ ਰੇਤਾ ਨਹੀਂ, ਆਪਣੇ ਤੇ ਹੀ ਨਰਕਾਂ ਦਾ ਦਵਾਰਾ ਤੂੰ ਖੋਲ ਰਿਹਾ ਹੈ। ਦੋਜਕ ਤੀਰਗ ਦੁਖਦ ਸਹੇਰੈ। ਕਹਿੰਦਾ ਹਨ ਦੋਰਜਕ ਦੇ ਨਰਕਾਂ ਦੇ ਭਾਰੀ ਦੁੱਖ ਪਾਪੀ ਤੂੰ ਪਾਉਣਾ ਕਰੇਗਾ। ਹਜੂਰ ਕਹਿੰਦੇ ਹਨ ਮਰ ਕੁ ਮੌਤ ਤੂਰਨ ਫਲ ਹੇਰੈ। ਬੜੀ ਛੇਤੀ ਤੈਨੂੰ ਮੌਤ ਆਵੇਗੀ, ਐਸੀ ਮੌਤ ਸਾਡੇ ਸਾਹਿਬਜ਼ਾਦੇ ਮਾਰਨਗੇ। ਫਿਰ ਹਜੂਰ ਨੇ ਸਾਧ ਸੰਗਤ ਜੀ ਇਸ ਪਾਪੀ ਦੀ ਨੱਕ ਵਿੱਚ ਦੀ ਨਕੇਲ ਕੱਢੀ ਸੀ। ਹਮ ਤੋ ਤਿਆਗਣ ਅਹੈ ਸਰੀਰ। ਮਹਾਰਾਜ ਜੀ ਕਹਿੰਦੇ ਹਨ ਚੰਦੂ ਅਸੀਂ ਇੱਥੇ ਲਾਹੌਰ ਵਾਪਸ ਜਾਣ ਵਾਸਤੇ ਨਹੀਂ, ਤਨ ਤਿਆਗਣ ਵਾਸਤੇ ਹੀ ਆਏ ਹਾਂ। ਸਮਾਂ ਆਣ ਪਹੁੰਚਿਓ ਅਤ ਤੀਰ। ਪਰ ਤੇਰਾ ਵੀ ਸਮਾਂ ਬਹੁਤੀ ਦੂਰ ਨਹੀਂ, ਬਹੁਤ ਲਾਗੇ ਆ ਗਿਆ ਹੈ। ਇਮ ਬੋਲਤ ਆਰੂੜਨ ਕਰੇ। ਐਸੇ ਬਚਨ ਬੋਲ ਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਪਦੇ ਹੋਏ ਅੰਗਾਰੇ ਵਰਗੇ ਰੇਤਾ ਤੇ ਹਜੂਰ ਅਰੂੜ ਗਏ ਹਨ। ਰੇਤ ਰੁਤਾਸਣ ਸਮ ਪਰ ਖਰੇ। ਮਹਾਰਾਜ ਜੀ ਰੇਤਾ ਤੇ ਇਸ ਤਰ੍ਹਾਂ ਖੜ ਗਏ ਹਨ ਜਿੱਦਾਂ ਫੁੱਲਾਂ ਦੀ ਸੇਜਾ ਤੇ ਖੜੇ ਹੋਣ। ਸਿੱਖ ਲੰਘਾਹੋ ਪਿਰਾਨਾ ਦੌਣ। ਧੰਨ ਭਾਈ ਲੰਘਾ ਜੀ, ਧੰਨ ਭਾਈ ਪ੍ਰਾਣਾ ਜੀ ਇਤਿਆਦਿਕ ਗੁਰਸਿੱਖਾਂ ਨੇ ਜਦੋਂ ਤੱਕਿਆ ਹੈ। ਇੱਕ ਬਾਰੀ ਦੋਰੇ ਮਨ ਭੌਣ। ਇੱਕ ਵਾਰੀ ਦੌੜੇ ਹਨ, ਗਲ ਦੇ ਵਿੱਚ ਬੇੜੀਆਂ ਹਨ, ਗੁਰਸਿੱਖ ਥੱਲੇ ਡਿੱਗ ਗਏ ਹਨ, ਕੂਣੀਆਂ ਨੂੰ ਘੜੀਸਦੇ ਹੋਏ ਹਜੂਰ ਵੱਲ ਵੱਧਦੇ ਹਨ। ਤਪਤ ਰੇਤ ਪਰ ਹਮ ਤਨ ਪਰੇ। ਮਹਾਰਾਜ ਜੀਆਂ ਨੂੰ ਕਹਿੰਦੇ ਹਨ ਹਜੂਰ ਸਾਡੇ ਨਰੋਏ ਸਰੀਰ ਕਿਸ ਵਾਸਤੇ ਹਨ। ਮਹਾਰਾਜ ਜੀ ਆਪ ਤਤੀ ਰੇਤਾ ਤੇ ਬੈਠੋ। ਹਜੂਰ ਸਾਡਾ ਸਰੀਰ ਰੇਤਾ ਤੇ ਪੈਣਾ ਚਾਹੀਦਾ ਹੈ, ਆਪ ਸਾਡੇ ਸਰੀਰ ਤੇ ਮਹਾਰਾਜ ਜੀ ਚੌਂਕੜਾ ਲਾ ਕੇ ਬੈਠੋ। ਸੁਖ ਸੋ ਹੋਏ ਗੁਰ ਉਪਰ ਖਰੇ। ਮਹਾਰਾਜ ਜੀ ਆਪ ਸੁਖੀ ਸਾਂਦੀ ਸਾਡੇ ਉੱਪਰ ਬੈਠਣਾ ਕਰੋ। ਇਨ ਕਾਰਨ ਨਿਕ ਸਹਜੇ ਪ੍ਰਾਣ। ਮਹਾਰਾਜ ਜੀ ਜਿਸ ਕਾਰਨ ਕਰਕੇ ਜੇ ਸਾਡੇ ਪ੍ਰਾਣ ਨਿਕਲ ਜਾਣ ਤੋ ਹਮ ਹੋਵਹਿ ਧਨ ਮਹਾਨ। ਮਹਾਰਾਜ ਜੀ ਫਿਰ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਧਨ ਸਮਝਾਂਗੇ। ਨਹਿ ਇਨ ਕੋ ਦੁਖ ਦੇਖਣ ਕਰੈ। ਮਹਾਰਾਜ ਜੀ ਆਪ ਜੀਆਂ ਦਾ ਦੁੱਖ ਸਾਡੇ ਤੋਂ ਕਿੱਥੇ ਦੇਖਿਆ ਜਾਂਦਾ ਹੈ। ਆਛੀ ਬਾਤ ਦੇਹ ਪਰ ਹਰੈ। ਮਹਾਰਾਜ ਜੀ ਸੋਹਣੀ ਗੱਲ ਹੋਵੇਗੀ ਜੇ ਸਾਡੇ ਸਰੀਰ ਇਸ ਰੇਤਾ ਤੇ ਪੈਣ, ਉੱਪਰ ਮਹਾਰਾਜ ਜੀ ਆਪ ਬਿਰਾਜੋ। ਹੇਰਤ ਚੰਦ ਸਿਪਾਹੀ ਪ੍ਰੇਰੇ। ਉਸ ਸਮੇਂ ਚੰਦੂ ਨੇ ਆਪਣੇ ਸਿਪਾਹੀਆਂ ਨੂੰ ਪ੍ਰੇਰਿਆ ਹੈ। ਲੈ ਲਛਟਕਾ ਧਾਏ ਕਨੇਰੇ। ਕਹਿੰਦਾ ਹੈ ਲਸ਼ਟਕਾ ਭਾਵ ਸੋਟੀਆਂ ਲੈ ਕੇ ਇਹਨਾਂ ਸਿੱਖਾਂ ਨੂੰ ਕੁੱਟਣਾ ਕਰੋ। ਹਾਥਨ ਪਰ ਪੈਰਨ ਪਰ ਮਾਰ। ਸਿਪਾਹੀ ਹਜੂਰ ਦੇ ਗੁਰਸਿੱਖਾਂ ਦੇ ਸਾਧ ਸੰਗਤ ਜੀ ਰਿੜਦੇ ਆਉਂਦੇ ਹਨ। ਗੁਰਸਿੱਖ ਪੈਰਾਂ ਤੇ ਗੁਰਸਿੱਖਾਂ ਦੇ ਡੰਡੇ ਮਾਰਦੇ ਹਨ, ਹੱਥਾਂ ਤੇ ਮਾਰਦੇ ਹਨ। ਨੌਹਾਂ ਦੇ ਵਿੱਚੋਂ ਗੁਰਸਿੱਖਾਂ ਦੇ ਲਹੂ ਚੱਲਦਾ ਹੈ। ਗਹਿ ਕਰ ਮੋਰੇ ਬਹੁ ਬਲ ਧਾਰ। ਬੜਾ ਬਲ ਧਾਰ ਕੇ ਕਈ ਸਿਪਾਹੀਆਂ ਨੇ
ਪਈਆਂ ਹੋਈਆਂ ਬੇੜੀਆਂ ਚੋਂ ਵੀ ਗੁਰਸਿੱਖ ਨਾ ਸੀ ਰੁਕ ਰਹੇ, ਬੜਾ ਬਲ ਧਾਰ ਕੇ ਸਿਪਾਹੀਆਂ ਨੇ ਰੋਕਿਆ ਹੈ। ਸ਼੍ਰੀ ਗੁਰ ਕਰਹਿ ਵਰਜਨਾ ਘਣੇ। ਫਿਰ ਸਾਧ ਸੰਗਤ ਜੀ ਹਜੂਰ ਫਿਰ ਵੀ ਨਾ ਸੀ ਕੁਝ ਪਹਿਲਾਂ ਬੋਲੇ। ਸਿੱਖਾਂ ਦੇ ਵੱਜਦੇ ਹੋਏ ਡੰਡੇ ਵੇਖ ਕੇ ਹਜੂਰ ਫਿਰ ਮੁਖ ਤੋਂ ਬਚਨ ਉਚਾਰੇ ਹਨ। ਕਿਉ ਤੁਮ ਆਵਤ ਹੋ ਰਿਸ ਮਣੇ। ਮਹਾਰਾਜ ਜੀ ਕਹਿੰਦੇ ਹਨ, ਸਿੱਖੋ ਤੁਸੀਂ ਕਿਉਂ ਮਨ ਵਿੱਚ ਗੁੱਸਾ ਧਾਰ ਕੇ ਆਉਂਦੇ ਹੋ? ਬੈਠੇ ਰਹੋ ਖਾਤ ਕਿਉ ਮਾਰ। ਬੈਠੇ ਰਹੋ ਇੱਕ ਥਾਂ ਤੇ, ਐਵੇਂ ਭਾਈ ਪ੍ਰਾਣਾ ਭਾਈ ਬਿਧੀ ਚੰਦ ਜੀ ਮਾਰ ਕਿਉਂ ਖਾਂਦੇ ਹੋ? ਇਹ ਸਭ ਹਵੈ ਹਮਰੇ ਅਨੁਸਾਰ। ਮਹਾਰਾਜ ਜੀ ਕਹਿੰਦੇ ਹਨ, ਇਹ ਸਾਡੇ ਅਨੁਸਾਰ ਹੀ ਹੋ ਰਿਹਾ ਹੈ। ਕਹੈ ਪਿਰਾਣਾ ਰਹਿਓ ਨਾ ਜਾਏ। ਭਾਈ ਪ੍ਰਾਣਾ ਜੀ ਕਹਿੰਦੇ ਹਨ, ਮਹਾਰਾਜ ਜੀ ਸਾਡੇ ਤੋਂ ਰਿਹਾ ਨਹੀਂ ਜੇ ਜਾਂਦਾ ਹੁਣ। ਤੁਮਰੋ ਦੁਖ ਨਹਿ ਦੇਖ ਸਕਾਏ। ਮਹਾਰਾਜ ਜੀ ਤੁਹਾਡਾ ਦੁੱਖ ਕਿੱਥੇ ਦੇਖ ਸਕਦੇ ਹਾਂ? ਆਪਣੇ ਪ੍ਰਾਣ ਦੇਨ ਅਪਿਲਾਖੈ। ਮਹਾਰਾਜ ਜੀ ਸਾਡੇ ਮਨ ਵਿੱਚ ਚਾਹਨਾ ਹੈ ਸਾਡੇ ਪ੍ਰਾਣ ਹਜੂਰ ਪਹਿਲਾਂ ਨਿਕਲ ਜਾਣ। ਰਾਵਰ ਕੇ ਸਰੀਰ ਕੋ ਰਾਖੈ। ਮਹਾਰਾਜ ਜੀ ਆਪ ਦਾ ਸਰੀਰ ਬਚਣਾ ਚਾਹੀਦਾ ਹੈ। ਮਹਾਰਾਜ ਜੀ ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਕੀ ਖਾਣ। ਜੇ ਸਿਰ ਦਿੱਤਿਆਂ ਹਰ ਮਿਲੈ ਤਾਂ ਵੀ ਸਸਤਾ ਜਾਣ। ਮਹਾਰਾਜ ਜੀ ਸਾਡੇ ਸਰੀਰਾਂ ਦਾ ਕੀ ਹੈ? ਤੁਹਾਡਾ ਸਰੀਰ ਮਹਾਰਾਜ ਜੀ ਬਚਣਾ ਚਾਹੀਦਾ ਹੈ। ਕਹਿਓ ਗੁਰੂ ਇਮ ਕੀਜੈ ਤਬੈ। ਮਹਾਰਾਜ ਜੀਆਂ ਨੇ ਕਿਹਾ ਤਾਂ ਇਸ ਤੁਸੀਂ ਉਦੋਂ ਕਰਨਾ ਸੀ ਹਮਰੀ ਆਇਸ ਹੋਵਹਿ ਜਬੈ। ਜਦੋਂ ਸਾਡੀ ਆਗਿਆ ਹੋਵੇਗੀ। ਅਬ ਹਮਰਾ ਇਹ ਖੇਲ ਪਸਾਰਾ। ਇਹ ਸਾਧ ਸੰਗਤ ਜੀ ਹਜੂਰ ਫਿਰ ਕਹਿੰਦੇ ਹਨ ਉਦੋਂ ਕਰਿਆ ਜੇ ਜਦੋਂ ਸਾਡੀ ਆਗਿਆ ਹੋਵੇਗੀ। ਜਿਸ ਤਰ੍ਹਾਂ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ, ਫਿਰ ਇਮਤਿਹਾਨ ਲਿਆ ਜਾਂਦਾ ਹੈ, ਇੱਥੇ ਸਾਧ ਸੰਗਤ ਜੀ ਪੰਜਾਂ ਗੁਰਸਿੱਖਾਂ ਨੂੰ ਵੀ ਕੁਝ ਨਾ ਸੀ ਹੋਇਆ। ਫਿਰ ਨਾਵੇਂ ਸਰੂਪ ਵਿੱਚ ਚਾਂਦਨੀ ਚੌਂਕ ਵਿੱਚ ਭਾਈ ਮਤੀ ਦਾਸ ਜੀ ਸਾਹਮਣੇ ਖੜੇ ਹਨ। ਭਾਈ ਮਤੀ ਦਾਸ ਜੀਆਂ ਨੇ ਵੀ ਉਸ ਸਮੇਂ ਕਿਹਾ ਸੀ, ਹਜੂਰ ਸਾਡੇ ਤਨ ਸੜ ਬਲ ਜਾਣੇ ਚਾਹੀਦੇ ਨੇ। ਸੀਸ ਤੇ ਆਰਾ ਚੱਲਦਾ ਸੀ। ਹਜੂਰ ਤੱਕਦੇ ਹਨ ਨਾਵੇਂ ਸਰੂਪ ਵਿੱਚ। ਕੈਸੇ ਭਾਈ ਮਤੀ ਦਾਸ ਜੀ ਕਹਿੰਦੇ ਹਨ, ਹਜੂਰ ਮੁਹਿਆਰਾ ਪਿਆਰਾ ਲਗਤ ਹੈ। ਹਜੂਰ ਮੈਨੂੰ ਆਰਾ ਬਹੁਤ ਪਿਆਰਾ ਲੱਗਦਾ ਜੇ। ਦੋ ਫਾੜ ਹੋ ਗਿਆ ਹੈ ਸਰੀਰ। ਕਵੀ ਜੀ ਕਹਿੰਦੇ ਹਨ, ਦੋਨੋਂ ਤਨ ਤੇ ਜਪਜੀ ਪੜੈ, ਹੇਰਤ ਸਭ ਕੈ ਅਚਰਜ ਬੜੈ। ਦੋਵੇਂ ਤਨਾਂ ਦੇ ਵਿੱਚੋਂ ਜਪਜੀ ਸਾਹਿਬ ਜੀਆਂ ਦੀ ਆਵਾਜ਼ ਆ ਰਹੀ ਹੈ, ਮਾਨੋ ਕਿ ਜਿਵੇਂ ਦੋ ਪਾਠੀ ਪੜ ਰਹੇ ਹੋਣ। ਹਜੂਰ ਨੇ ਕਿਹਾ ਹੈ, ਭਾਈ ਪ੍ਰਾਣਾ ਉਸ ਸਮੇਂ ਦਿਖਾਇਆ ਜੇ ਜਦੋਂ ਅਸੀਂ ਤੁਹਾਨੂੰ ਕਵਾਂਗੇ। ਇਹ ਸਾਡਾ ਹੁਣ ਕੌਤਕ ਤੁਸੀਂ ਦੇਖਣਾ ਕਰੋ। ਬੈਠੇ ਬਿਖੋਂ ਹੋਏ ਜਿਮ ਸਾਰਾ। ਮਹਾਰਾਜ ਜੀ ਕਹਿੰਦੇ ਹਨ, ਸਾਡੀ ਮੌਜ ਹੈ। ਭਾਈ ਪ੍ਰਾਣਾ ਤੂੰ ਬੈਠ ਕੇ ਦੇਖ। ਪੁਨਹਿ ਦੁਸ਼ਟ ਕੇ ਕਹਿ ਬਿਠਵਾਏ। ਫਿਰ ਸਾਧ ਸੰਗਤ ਜੀ ਉਸ ਦੁਸ਼ਟ ਨੇ ਹਜੂਰ ਨੂੰ ਉਸ ਰੇਤਾ ਤੇ ਬਿਠਾਇਆ ਹੈ। ਫਿਰ ਸਤਿਗੁਰ ਕੁਛ ਖੇਦ ਨਾ ਪਾਏ। ਫਿਰ ਵੀ ਤੱਕਦਾ ਹੈ, ਹਜੂਰ ਨੂੰ ਕੋਈ ਖੇਦ ਨਹੀਂ, ਕੋਈ ਪੀੜਾ ਨਹੀਂ ਹੋ ਰਹੀ ਹੈ। ਚੰਦਹਿ ਲੋਕ ਰਚੇ ਜਿਨ ਕੇਰੇ। 14 ਲੋਕ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਰਚੇ ਹਨ। ਜੇ ਸੂਰਜ ਨੂੰ ਪੁੱਛੀਦਾ ਹੈ, ਸੂਰਜ ਤੇਰੇ ਵਿੱਚ ਕਿਸ ਦਾ ਪ੍ਰਕਾਸ਼ ਹੈ? ਕਹਿੰਦਾ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਹੈ। ਚੰਦ ਨੂੰ ਪੁੱਛੀਏ ਤੂੰ ਕਿਉਂ ਠੰਡਾ ਹੈ? ਕਹਿੰਦਾ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾ ਕਮਲਾਂ ਦੀ ਧੂੜੀ ਕਰਕੇ ਮੈਂ ਠੰਡਾ ਹਾਂ। ਐਸੇ 14 ਲੋਕ ਜਿਹੜੇ ਸਤਿਗੁਰਾਂ ਦੇ ਪ੍ਰਤਾਪ ਕਰਕੇ ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ ਹਜੂਰ ਦਾ ਜਸ ਗਾ ਰਹੇ ਹਨ। ਤੇਜ ਹੁਤਾਸਨ ਹੋਏ ਕਿਮ ਨੇਰੇ। ਉਹਨਾਂ ਸਤਿਗੁਰਾਂ ਨੂੰ ਅੱਗ ਦਾ ਤੇਜ ਕਵੀ ਜੀ ਕਹਿੰਦੇ ਹਨ ਕਿਵੇਂ ਪੋ ਸਕਦਾ ਹੈ। ਤਪਤ ਰੇਤ ਪਰ ਨਿਸ਼ਚਲ ਬੈਸੇ। ਮਹਾਰਾਜ ਜੀ ਨਿਸ਼ਚਲ ਅਡੋਲ ਇੱਕ ਆਸਣ ਲਾ ਕੇ ਹਜੂਰ ਤਪਦੇ ਹੋਏ ਰੇਤਾ ਤੇ ਬੈਠ ਗਏ ਹਨ। ਸੁਖ ਤੇ ਮ੍ਰਿਦ ਆਸਣ ਪਰ ਜੈਸੇ। ਮਾਨੋ ਕਿ ਸੁਖੀ ਦੇ ਨਾਲ ਇੱਕ ਸੁੰਦਰ ਆਸਣ ਤੇ ਹਜੂਰ ਸੱਜ ਬੈਠੇ ਹੋਣ। ਇਤ ਉਤ ਅੰਗ ਨਹੀਂ ਡੁੱਲ ਜੰਤੇ। ਮਹਾਰਾਜ ਜੀਆਂ ਨੇ ਇਤ ਉਤ ਹਜੂਰ ਦਾ ਕੋਈ ਅੰਗ ਵੀ ਨਹੀਂ ਹਿੱਲ ਰਿਹਾ। ਐਸੇ ਤਪਦੇ ਹੋਏ ਅੰਗਾਰੇ ਰੇਤਾ ਤੇ ਹਜੂਰ ਸੱਜੇ ਹਨ। ਪਏ ਮੌਨ ਕੁਛ ਨਹੀਂ ਕਹੰਤੇ। ਮਹਾਰਾਜ ਜੀ ਮੁਖ ਤੋਂ ਮੌਨ ਹਨ। ਨਿਜ ਸਰੂਪ ਵਿੱਚ ਸਮਾਧਾ ਲਾਇਆ ਹੈ। ਕੁਝ ਵੀ ਹਜੂਰ ਨਾ ਸੀ ਉਚਾਰ ਰਹੇ। ਕਹਿਓ ਦੁਸ਼ਟ ਪੁਨ ਕਰਛੇ ਲੈ ਕੇ। ਉਸ ਸਮੇਂ ਦੁਸ਼ਟ ਨੇ ਕਿਹਾ ਇਹਨਾਂ ਨੂੰ ਕੋਈ ਅਸਰ ਹੀ ਨਹੀਂ ਹੋ ਰਿਹਾ। ਕੜਛੇ ਲੈ ਕੇ ਫਿਰ ਤਪਤ ਰੇਤ ਦੇਹੋ ਉੱਪਰ ਪੈ ਕੇ। ਇਹਨਾਂ ਦੇ ਉੱਪਰ ਰੇਤਾ ਪਾਈ ਜਾਵੇ। ਹਜੂਰ ਦੇ ਸੀਸ ਤੇ ਸਾਧ ਸੰਗਤ ਜੀ ਫਿਰ ਜਿਸ ਤਰ੍ਹਾਂ ਰੇਤਾ ਪਾਇਆ ਗਿਆ,
ਫਿਰ ਹਜੂਰ ਨੇ ਸਾਧ ਸੰਗਤ ਜੀ ਮਹਾਰਾਜ ਜੀਆਂ ਨੇ ਜਾਣਿਆ ਅਜਮਤ ਦੇਖ ਕੇ ਕਿਤੇ ਪਾਪੀ ਭਰੋਸਾ ਹੀ ਨਾ ਕਰ ਆਵੇ, ਇਹਨੂੰ ਸ਼ਰਧਾ ਹੀ ਨਾ ਹੋ ਆਵੇ ਸਾਡੇ ਤੇ। ਹਜੂਰ ਨੇ ਜਿਸ ਸਮੇਂ ਤੱਤਾਂ ਨੇ ਸੁਭਾਅ ਬਦਲ ਲਏ ਸੀ ਕਿ ਅੱਗ ਸ਼ੀਤਲ ਕਰ ਰਹੀ ਸੀ, ਠੰਡ ਪਹੁੰਚਾ ਰਹੀ ਸੀ ਹਜੂਰ ਨੂੰ, ਮਹਾਰਾਜ ਜੀਆਂ ਨੇ ਫਿਰ ਸਾਧ ਸੰਗਤ ਜੀ ਆਪਣੇ ਸਰੀਰ ਤੇ ਉਹ ਚਿੰਨ੍ਹ ਪ੍ਰਗਟ ਹੁੰਦੇ ਹਨ। ਹਜੂਰ ਦੇ ਸਰੀਰ ਤੇ ਫਲੂਹੇ ਬਣਦੇ ਹਨ। ਉਹ ਤਪਦਾ ਹੋਇਆ ਰੇਤਾ ਮਹਾਰਾਜ ਜੀਆਂ ਦੇ ਜਦੋਂ ਸੀਸ ਤੇ ਪਾਉਂਦੇ ਹਨ, ਪਾਣੀ ਦੇ ਜਿਸ ਤਰ੍ਹਾਂ ਵੱਡੇ ਵੱਡੇ ਫਲੂਏ ਬਣ ਜਾਂਦੇ ਹਨ, ਸਾਰੇ ਸਰੀਰ ਤੇ ਹਜੂਰ ਤੇ ਬਣ ਆਉਂਦੇ ਹਨ। ਮਹਾਰਾਜ ਜੀ ਫਿਰ ਵੀ ਇੱਕ ਰਸ ਬੈਠੇ ਰਹਿੰਦੇ ਹਨ। ਸਮਕਸ ਬ੍ਰਹਮੰਡ ਦੀਆਂ ਸ਼ਕਤੀਆਂ ਕੀ ਤੱਕ ਕੇ ਦੇਖਦੀਆਂ ਹਨ। ਗੋਰਖਨਾਥ ਆਉਂਦਾ ਹੈ 84 ਸਿੱਧਾਂ ਦੇ ਨਾਲ। ਇਹ ਸਾਧ ਸੰਗਤ ਜੀ ਸਮਾਂ ਨਹੀਂ ਹੈਗਾ। ਜਿਸ ਤਰ੍ਹਾਂ ਕਹਿੰਦੇ ਹਨ ਸ਼ਕਤੀਆਂ ਵਾਲੇ ਕਿੱਥੋਂ ਆ ਜਾਂਦੇ ਹਨ। ਜੇ ਅੱਜ ਤੋਂ 50-60 ਸਾਲ ਪਹਿਲਾਂ ਦੇਖਿਆ ਜਾਵੇ, ਜੇ ਕਿਸੇ ਨੂੰ ਕਹੀਏ ਅੱਜ ਤੋਂ ਬਾਅਦ ਇੱਕ ਦੂਜੇ ਦਾ ਆਪਾਂ ਚਿਹਰਾ ਦੇਖ ਕੇ ਗੱਲ ਕਰ ਸਕਦੇ ਹਾਂ, ਜਦੋਂ ਫੋਨ ਨਹੀਂ ਸੀ ਆਇਆ ਕਹਿੰਦੇ ਸੀ ਇਹ ਕਿਵੇਂ ਹੋ ਸਕਦਾ ਹੈ। ਇਹ ਤਾਂ ਮਹਾਰਾਜ ਜੀਆਂ ਦੇ ਕੌਤਕ ਹਨ। ਸਿੱਧਾਂ ਦੀਆਂ 5 ਅਵਸਥਾਵਾਂ ਖੇਚਰੀ, ਭੂਚਰੀ ਇਤਿਆਦਿਕ ਹੁੰਦੀਆਂ ਹਨ। ਕਿਤੇ ਵੀ ਜਾ ਸਕਦੇ ਹਨ, ਕੁਝ ਵੀ ਦੇਖ ਸਕਦੇ ਹਨ। ਜਦੋਂ ਦੇਖਿਆ ਕਿ ਏਡੀ ਮਹਾਨ ਆਤਮਾ ਜਿਨ੍ਹਾਂ ਨੇ ਇਹਨਾਂ ਅਜਰ ਸ਼ਕਤੀਆਂ ਜਰ ਛੱਡੀਆਂ ਹਨ ਸਰੀਰ ਦੇ ਵਿੱਚ, 84 ਸਿੱਧਾਂ ਦੇ ਨਾਲ ਗੋਰਖਨਾਥ ਕਹਿੰਦਾ ਹੈ ਮਹਾਰਾਜ ਜੀ ਮੇਰੇ ਤੋਂ ਸਹਿਆ ਨਹੀਂ ਜੇ ਜਾਂਦਾ, ਆਪ ਕਿਰਪਾ ਕਰੋ, ਮੈਂ ਸਭ ਖੰਡ ਬ੍ਰਹਮੰਡ ਨੂੰ ਨਾਸ਼ ਕਰ ਦਿੰਦਾ ਹਾਂ। ਉਸ ਸਮੇਂ ਹਜੂਰ ਨੇ ਕਿਹਾ ਸੀ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਣ, ਕਿ ਹੇ ਸਿੱਧੋ ਸਾਡੇ 'ਚ ਸ਼ਕਤੀਆਂ ਨਹੀਂ ਹੈਗੀਆਂ। ਮਹਾਰਾਜ ਜੀਆਂ ਨੇ ਜਿਸ ਸਮੇਂ ਫਿਰ ਸਾਈਂ ਮੀਆਂ ਮੀਰ ਜੀ ਆਉਂਦੇ ਹਨ, ਹਜੂਰ ਦੇ ਸਰੀਰ ਤੇ ਬਣੇ ਹੋਏ ਤੀਸਰੇ ਦਿਨ ਫਲੂਏ ਦੇਖ ਕੇ ਉਹ ਵੀ ਸਾਧ ਸੰਗਤ ਜੀ ਬੇਹੋਸ਼ ਹੋ ਜਾਂਦੇ ਹਨ। ਹਜੂਰ ਨੇ ਕਿਹਾ ਸੀ ਜਦੋਂ ਜਾਗੇ ਹਨ ਭਾਈ ਸਾਈਂ ਮੀਆਂ ਮੀਰ ਜੀ ਮੁਸਲਮਾਨ ਹਨ, ਹਜੂਰ ਦੇ ਨਾਲ ਪ੍ਰੇਮ ਕਰਦੇ ਹਨ। ਹਜੂਰ ਨੇ ਕਿਹਾ ਸੀ ਸਾਈਂ ਜੀ ਦਵੈਸ ਵਾਲੀ ਬਿਰਤੀ ਕਿਉਂ ਰੱਖੀ ਹੈ, ਨਾ ਕੋਈ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣ ਆਈ। ਮਹਾਰਾਜ ਜੀਆਂ ਨੇ ਆਖਿਆ ਸੀ ਫਿਰ ਉਹ ਦੇਖੋ ਉਹ ਅਵਸਥਾ ਪ੍ਰਗਟ ਹੋਈ ਕਿ ਨਹੀਂ, ਬ੍ਰਹਮ ਗਿਆਨੀ ਕੇ ਧੀਰਜ ਏਕ, ਧਰਤੀ ਵਰਗਾ ਧੀਰਜ ਹੈ। ਸਾਈਂ ਜੀ ਹੱਥ ਜੋੜ ਕੇ ਸਾਧ ਸੰਗਤ ਜੀ ਫਿਰ ਪਿੱਛੇ ਮੁੜ ਜਾਂਦੇ ਹਨ। ਇਸ ਤੋਂ ਅੱਗੇ ਜਿਸ ਤਰ੍ਹਾਂ ਚੌਥਾ ਦਿਨ ਆਉਂਦਾ ਹੈ, ਚੰਦੂ ਪਾਪੀ ਦੇਖਦਾ ਹੈ ਹਜੇ ਵੀ ਮੇਰੀ ਗੱਲ ਨਹੀਂ ਮੰਨੇ, ਅੱਜ ਤਾਂ ਇਹਨਾਂ ਨੂੰ ਭਾਵ ਮਾਰ ਦੇਣ ਦਾ ਹੀ ਮਨ ਵਿੱਚ ਸੋਚ ਕੇ ਆਉਂਦਾ ਹੈ। ਤੱਤੀ ਲੋਤ ਪਾਈ ਜਾਂਦੀ ਹੈ। ਫਿਰ ਆਪਣੀ ਪੁੱਤਰੀ ਦੇ ਰਿਸ਼ਤੇ ਬਾਰੇ ਹਜੂਰ ਨੂੰ ਕਹਿੰਦਾ ਹੈ। ਹਜੂਰ ਮਨਾ ਕਰ ਦਿੰਦੇ ਹਨ। ਹਜੂਰ ਕੁਝ ਵੀ ਮੁਖ ਤੋਂ ਨਾ ਬੋਲਦੇ। ਤੱਤਾ ਤਵਾ ਸਾਧ ਸੰਗਤ ਜੀ ਲਾਲ ਰੰਗ ਦਾ ਹੋ ਜਾਂਦਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਜੂਰ ਤਤੀ ਤਵੀ ਤੇ ਅਰੂੜਦੇ ਹਨ। ਹਜੂਰ ਦੇ ਚਰਨ ਤਤੀ ਤਵੀ ਵੱਲ ਵੱਧਦੇ ਹਨ। ਮਹਾਰਾਜ ਜੀਆਂ ਦਾ ਤੇਜ ਪ੍ਰਤਾਪ ਦੇ ਸਹਿਤ ਚਿਹਰਾ ਹੈ। ਜਿਸ ਸਮੇਂ ਤਤੀ ਤਵੀ ਤੇ ਹਜੂਰ ਬੈਠਦੇ ਹਨ ਕੀ ਦੇਖਦੇ ਹਨ 5 ਸਿੰਘ ਹਜੂਰ ਦੇ ਥੱਲੋਂ ਅੱਡੀਆਂ ਦਾ ਜਿਸ ਤਰ੍ਹਾਂ ਮਾਸ ਸੜਦਾ ਹੈ। ਇਹ ਤਾਂ ਹਜੂਰ ਦੀ ਮੌਜ ਹੈ। ਹਜੂਰ ਦੇ ਬਣਾਏ ਹੋਏ ਸਾਰੇ ਤੱਤ ਹਨ। ਮਾਸ ਸੜਨ ਦੀ ਆਵਾਜ਼ ਆਉਂਦੀ ਹੈ। ਹਜੂਰ ਦੇ ਪੰਜਣੀ ਵਾਲੀਆਂ ਜੋ ਹੱਡੀਆਂ ਹਨ ਪਿੰਜਣੀ ਦੀਆਂ ਉਹ ਦਿਖਦੀਆਂ ਹਨ। 5ਵੇਂ ਦਿਨ ਸਾਰਾ ਦਿਨ ਹਜੂਰ ਤਤੀ ਤਵੀ ਤੇ ਬੈਠੇ ਰਹਿੰਦੇ ਹਨ। ਉਸ ਤੋਂ ਅੱਗੇ ਸਾਧ ਸੰਗਤ ਜੀ ਚੌਥੇ ਦਿਨ ਵਾਹਿਗੁਰੂ, 5ਵਾਂ ਦਿਨ ਚੜ੍ਹਦਾ ਹੈ। ਚੰਦੂ ਸੋਚਦਾ ਹੈ ਹਜੇ ਵੀ ਇਹਨਾਂ ਨੂੰ ਕੁਝ ਨਹੀਂ ਹੋਇਆ। ਭਾਵ ਇਧਰ ਬਾਹਰ ਗੁਰਸਿੱਖ ਚੰਦੂ ਦੀ ਦਿਉੜੀ ਵੱਲ ਤੱਕਦੇ ਹਨ, ਕਜੋ ਇਸ ਪਾਪੀ ਦਾ ਦਰਵਾਜ਼ਾ ਖੋਲੇ। ਲਾਹੌਰ ਦੀਆਂ ਸੰਗਤਾਂ ਨੇ ਉਹਨੇ ਦਿਨ ਘਰ ਵਿੱਚ ਚੁੱਲ੍ਹਾ ਨਾ ਸੀ ਬਾਲਿਆ ਕਿ ਹਜੂਰ ਮਨਾ ਕਿਹੜੀ ਹਾਲਤ ਵਿੱਚ ਅੰਦਰ ਹੋਣਗੇ। ਵਸ ਨਹੀਂ ਸੀ ਚੱਲਦਾ ਸਿੰਘਾਂ ਦਾ। ਹਜੂਰ ਤਤੀ ਤਵੀ ਤੇ ਜਿਸ ਤਰ੍ਹਾਂ ਉਤਾਰਿਆ ਗਿਆ ਹੈ, ਚੰਦੂ ਸੋਚਦਾ ਹੈ ਇਹ ਹੋਰ ਕਿਸੇ ਡਰ ਤੋਂ ਨਹੀਂ ਡਰੇ, ਇਹਨਾਂ ਨੂੰ ਧਰਮ ਦਾ ਡਰ ਦਿੰਦਾ ਹਾਂ। ਫਿਰ ਕਹਿੰਦਾ ਹੈ ਕਿਸੇ ਗਊ ਦਾ ਜੋ ਮਾਸ ਲੈ ਕੇ ਆਇਆ ਜਾਵੇ, ਸਾਰੀ ਰਾਤ ਜਲ ਵਿੱਚ ਲਪੇਟਿਆ ਜਾਵੇ, ਫਿਰ ਇਹਨਾਂ ਨੂੰ ਉਸ ਦੇ ਵਿੱਚ ਲਪੇਟ ਕੇ ਭਾਵ ਸ਼ਹੀਦ ਕਰਾਂਗਾ ਧੁੱਪੇ ਰੱਖ ਕੇ, ਜਿਵੇਂ ਜਿਵੇਂ ਮਾਸ ਸਾਕੜੇਗਾ ਵਿੱਚ ਸ਼ਹੀਦ ਹੋ ਜਾਣਗੇ। ਉਸ ਦਿਨ ਅਗਲੇ ਦਿਨ ਹਜੂਰ ਨੇ ਆਖਿਆ ਸੀ ਅਸੀਂ ਰਾਵੀ ਤੇ ਇਸ਼ਨਾਨ ਕਰਨਾ ਚਾਹੁੰਦੇ ਹਾਂ। 5 ਗੁਰਸਿੱਖ ਜਿਸ ਤਰ੍ਹਾਂ ਹਜੂਰ ਨਾਲ ਗਏ ਸੀ। ਚੰਦੂ ਮਨ ਵਿੱਚ ਸੋਚਦਾ ਹੈ ਲੱਗਦਾ ਹੈ ਹੁਣ ਹਜੂਰ ਡਰ ਗਏ ਹਨ, ਮੇਰੀ ਪੁੱਤਰੀ ਦਾ ਰਿਸ਼ਤਾ ਵੀ ਪ੍ਰਵਾਨ ਕਰ ਲੈਣਗੇ। ਨਾਲੇ ਮਨ ਵਿੱਚ ਇਹ ਸੀ ਜਦੋਂ ਰਾਵੀ ਵਿੱਚ ਇਸ਼ਨਾਨ ਕਰਨਗੇ ਮਹਾਰਾਜ ਜੀ ਇੱਕ ਤਾਂ ਤਣ ਤੇ ਫਲੂਹੇ ਹਨ, ਇੰਨੇ ਜ਼ਖਮ ਹਨ, ਠੰਡਾ ਜਲ ਹੋਰ ਇਹਨਾਂ ਨੂੰ ਕਸ਼ਟ ਦੇਵੇਗਾ। ਹਜੂਰ ਸਾਧ ਸੰਗਤ ਜੀ ਫਿਰ ਜਿਸ ਤਰ੍ਹਾਂ ਮਹਾਰਾਜ ਜੀ 5ਵੇਂ ਦਿਨ
ਉਸ ਦੇ ਘਰੋਂ ਬਾਹਰ ਨਿਕਲਦੇ ਹਨ। ਛੋਟੇ ਦਰਵਾਜ਼ੇ ਰਾਹੀਂ ਗੁਰਸਿੱਖ ਸੰਗਤਾਂ ਲਾਹੌਰ ਦੀਆਂ ਕੀ ਦੇਖਦੀਆਂ ਹਨ? ਹਜੂਰ ਨੇ ਸਾਧ ਸੰਗਤ ਜੀ ਵੱਡੇ ਚਾਦਰੇ ਦਾ ਬੁਕਲ ਮਾਰਿਆ ਹੈ। ਹਜੂਰ ਦੇ ਥੱਲੋਂ ਤਲੀਆਂ ਵੀ ਸੜ ਗਈਆਂ ਸਨ। ਇੱਧਰ ਹਜੂਰ ਤੋਂ ਜਦੋਂ ਉੱਠਿਆ ਨਾ ਗਿਆ, ਇੱਕ ਬੰਨੇ ਭਾਈ ਪੁਰਾਣਾ ਜੀ, ਭਾਈ ਬਿਧੀ ਚੰਦ ਜੀ ਹਜੂਰ ਨੂੰ ਆਸਰਾ ਦਿੰਦੇ ਹਨ। ਮਹਾਰਾਜ ਜੀ ਖੰਡਾਂ ਬ੍ਰਹਮੰਡਾਂ ਦੇ ਮਾਲਕ ਇੰਨੀਆਂ ਜਰ ਸ਼ਕਤੀਆਂ ਜਰ ਕੇ ਹਜੂਰ ਰਾਵੀ ਨੂੰ ਤੁਰਦੇ ਹਨ। ਜਿਸ ਸਮੇਂ ਗੁਰਸਿੱਖ ਹਜੂਰ ਦਾ ਚਿਹਰਾ ਤੱਕਦੇ ਹਨ, ਠੰਡ ਪੈ ਜਾਂਦੀ ਹੈ। ਦੇਖਦੇ ਹਨ ਇੰਨਾ ਪ੍ਰਤਾਪ ਚਿਹਰੇ ਤੇ ਹਜੂਰ ਦੇ, ਪਰ ਜਦੋਂ ਚਰਨਾਂ ਵਾਸੇ ਨਿਗਾਹ ਪਈ ਗੁਰਸਿੱਖਾਂ ਦੀ, ਹੱਡੀਆਂ ਦਿਖ ਰਹੀਆਂ ਹਨ ਹਜੂਰ ਦੀਆਂ ਸੜ ਕੇ। ਉਸ ਸਮੇਂ ਹਜੂਰ ਫਿਰ ਜਿਸ ਤਰ੍ਹਾਂ ਰਾਵੀ ਵਾਲੇ ਸਥਾਨ ਤੇ ਜਾਂਦੇ ਹਨ, ਗੁਰਦੁਆਰਾ ਡੇਰਾ ਸਾਹਿਬ, ਜਿੱਥੇ ਕਵੀ ਭਾਈ ਸੰਤੋਖ ਸਿੰਘ ਜੀਆਂ ਨੇ ਜਿਸ ਤਰ੍ਹਾਂ ਲਿਖਿਆ ਹੈ, ਮਹਾਰਾਜ ਜੀ ਸਾਧ ਸੰਗਤ ਜੀ ਇਸ ਤਰ੍ਹਾਂ ਜਰ ਗਏ ਹਨ, ਤੇਰਾ ਭਾਣਾ ਮਿੱਠਾ ਲਾਗੇ। ਹਜੂਰ ਨੇ ਭਾਣਾ ਮੰਨਣ ਦੀ ਵੱਡੀ ਦਾਤ ਦੱਸੀ ਹੈ। ਕਵੀ ਜੀ ਨੇ ਲਿਖਿਆ ਹੈ, ਫਿਰ ਜਦੋਂ ਹਜੂਰ ਨੇ ਇਸ਼ਨਾਨ ਸੋਧਿਆ, ਸੁੱਕਾ ਬਸਤਰ ਉੱਪਰ ਲਿਆ, ਜਪਜੀ ਸਾਹਿਬ ਜੀਆਂ ਦਾ ਪਾਠ ਕੀਤਾ ਹੈ, ਹਜੂਰ ਨੇ ਸਾਧ ਸੰਗਤ ਜੀ ਫਿਰ ਉੱਥੇ ਬੈਠ ਕੇ ਗੁਰਸਿੱਖਾਂ ਨੂੰ ਕਿਹਾ ਸੀ, ਬਾਬਾ ਬਿਧੀ ਚੰਦ ਜੀਆਂ ਨੂੰ, ਸਾਡੇ ਸਾਹਿਬਜ਼ਾਦੇ ਨੂੰ ਜਾ ਕੇ ਆਗਿਆ ਕਰਨੀ, ਹੁਣ ਤਖਤ ਤੇ ਮਾਲਾ ਨਹੀਂ, ਸ੍ਰੀ ਸਾਹਿਬ ਧਾਰਨ ਕਰਕੇ ਬੈਠਣ, ਯਥਾਰਥ ਜਿੰਨਾ ਪਹੁੰਚ ਪੈਂਦੀ ਹੈ ਉਨੀਆਂ ਫੌਜਾਂ ਰੱਖਣ ਤੇ ਇਸ ਪਾਪੀ ਨੂੰ ਨਰਕਾਂ ਵਿੱਚ ਭੇਜਣ। ਐਸੇ ਮਹਾਰਾਜ ਜੀਆਂ ਨੇ ਬਚਨ ਕਹੇ। ਉੱਥੇ ਹੋਰ ਸਿੱਖਿਆਵਾਂ ਹਜੂਰ ਨੇ ਦੜਾਉਂਦੇ ਹੋਏ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਆਦਿ ਗੁਰਸਿੱਖਾਂ ਦਾ ਸਾਡੇ ਸਾਹਿਬਜ਼ਾਦੇ ਨੂੰ ਕਹਿਣਾ ਅਦਬ ਰੱਖਣਾ। ਫਿਰ ਜਿਸ ਤਰ੍ਹਾਂ ਕਵੀ ਜੀ ਕਹਿੰਦੇ ਹਨ, ਹਜੂਰ ਨੇ ਆਪਣਾ ਸਰੀਰ ਜਿਸ ਤਰ੍ਹਾਂ ਤਿਆਗਿਆ ਸੀ, ਚੰਦੂ ਪਾਪੀ ਆਉਂਦਾ ਹੈ, ਆ ਕੇ ਦੇਖਦਾ ਹੈ ਕਿ ਇੱਥੇ ਹਜੂਰ ਸੁੱਤੇ ਪਏ ਹਨ, ਲੱਗਦਾ ਹੈ ਇੰਨੇ ਦਿਨਾਂ ਦੇ ਸੁੱਤੇ ਨਹੀਂ, ਇੱਥੇ ਆ ਕੇ ਸੌਂ ਗਏ ਹਨ। ਚੰਦੂ ਕਹਿੰਦਾ ਹੈ, ਉੱਠੋ। ਬਾਬਾ ਬਿਧੀ ਚੰਦ ਜੀ ਵੀਰ ਰਸ ਨਾਲ ਨੇਤਰ ਭਰੇ ਹੋਏ ਹਨ, ਕਹਿੰਦੇ ਹਨ, ਪਾਪੀਆ ਹਜੂਰ ਸਰੀਰ ਜੋਤੀ ਜੋਤ ਸਮਾ ਗਏ ਹਨ। ਫਿਰ ਸਾਧ ਸੰਗਤ ਜੀ ਕਵੀ ਜੀ ਲਿਖਦੇ ਹਨ, ਹਜੂਰ ਦਾ ਸਰੀਰ ਜਲ ਪ੍ਰਵਾਹ ਕੀਤਾ ਗਿਆ, ਪਰ ਮਹਿਮਾ ਪ੍ਰਕਾਸ਼ ਵਿੱਚ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਜੀਆਂ ਦਾ ਸਰੀਰ ਸਾਧ ਸੰਗਤ ਜੀ ਜਿਸ ਤਰ੍ਹਾਂ ਕਹਿੰਦੇ ਹਨ, ਬੜਾ ਸੁੰਦਰ ਹਜੂਰ ਲਈ ਜਿਸ ਤਰ੍ਹਾਂ ਸਜਾਇਆ ਗਿਆ ਹੈ, ਚੰਦਨ ਦੀ ਭਾਵ ਚਿਖਾ, ਉਸ ਤੇ ਹਜੂਰ ਦਾ ਸੀਸ ਜਿਸ ਤਰ੍ਹਾਂ ਜੋਤੀ ਜੋਤ ਸਮਾਇਆ ਸੀ, ਇਤਿਆਦਿਕ ਹਜੂਰ ਦਾ ਸਰੀਰ ਜਿਸ ਤਰ੍ਹਾਂ ਮਹਾਰਾਜ ਜੀਆਂ ਨੇ ਤਿਆਗਿਆ ਹੈ। ਕਹਿੰਦੇ ਹਨ, ਐਸਾ ਗੁਰਸਿੱਖਾਂ ਨੂੰ ਪ੍ਰਤੀਤ ਹੋ ਰਿਹਾ ਸੀ ਹਜੂਰ ਤੋਂ ਬਾਅਦ, ਜਿੱਦਾਂ ਚੰਦ ਤੋਂ ਬਿਨਾਂ ਰਾਤ ਸੁੰਨੀ ਰਹਿ ਜਾਂਦੀ ਹੈ, ਸ਼ੋਭਾ ਨਹੀਂ ਪਾਉਂਦੀ, ਰਾਜੇ ਤੋਂ ਬਿਨਾਂ ਰਾਜ ਹੋ ਜਾਂਦਾ ਹੈ, ਪਤੀ ਤੋਂ ਬਿਨਾਂ ਜਿਵੇਂ ਪਤਨੀ ਰਹਿ ਜਾਂਦੀ ਹੈ, ਤਿਮ ਗੁਰਬਿਨ ਸੰਗਤ ਮਲੀਨਾ। ਸਭ ਸੰਗਤਾਂ ਦਾ ਇੰਨਾ ਇਕੱਠ ਹੈ ਲਾਹੌਰ ਦੀਆਂ, ਆਪਣੇ ਆਪ ਨੂੰ ਉਸ ਤਰ੍ਹਾਂ ਮਲੀਨੀਆਂ ਸਮਝਦੀਆਂ ਹਨ। ਜਿਸ ਤਰ੍ਹਾਂ ਜਦੋਂ ਭਾਈ ਸਾਹਿਬ ਜੀ ਵਾਪਸ ਜਾ ਰਹੇ ਹਨ, ਜਿਸ ਤਰ੍ਹਾਂ ਸਾਧ ਸੰਗਤ ਜੀ 5 ਗੁਰਸਿੱਖ ਅੰਮ੍ਰਿਤਸਰ ਸਾਹਿਬ ਨੂੰ ਵਾਪਸ ਆ ਰਹੇ ਹਨ, ਇਸ ਤਰ੍ਹਾਂ ਆ ਰਹੇ ਹਨ। ਕਵੀ ਜੀ ਲਿਖਦੇ ਹਨ, ਸਭ ਪੂੰਜੀ ਜਨ ਬਨਕ ਲੁਟਾਈ। ਜਿਸ ਤਰ੍ਹਾਂ ਬਾਣੀਆਂ ਆਪਦਾ ਸਭ ਕੁਝ ਧਨ ਪਦਾਰਥ ਲੁਟਾ ਕੇ ਆ ਜਾਂਦਾ ਹੈ, ਕਹਿ ਬਨ ਮੈਂ ਸਭ ਵਸਤ ਲੁਟਾਈ। ਜਾਂ ਜੰਗਲ ਦੇ ਵਿੱਚ ਸਾਧ ਸੰਗਤ ਜੀ ਚੋਰ ਡਾਕੂ ਲੁਟੇਰੇ ਆਦਿਕ ਲੁੱਟ ਲੈਂਦੇ ਹਨ। ਮਨ ਵਿੱਚ ਗੁਰਸਿੱਖ ਸੋਚਦੇ ਹਨ, ਹਜੂਰ ਨੂੰ ਕੀ ਕਵਾਂਗੇ, ਐਸਾ ਅਸੀਂ ਪਾਪੀ ਮਨ ਹਾਂ। ਜਿਹੜਾ ਪਤੰਗਾ ਹੁੰਦਾ ਹੈ ਉਹ ਵੀ ਲਾਟ ਤੇ ਜਾ ਕੇ ਆਪਣੇ ਪ੍ਰਾਣ ਦੇ ਦਿੰਦਾ ਹੈ। ਘੰਡਾ ਹੇੜਾ ਸ਼ਬਦ ਸੁਣ ਕੇ ਮਸਤ ਹੋ ਜਾਂਦਾ ਹੈ, ਪ੍ਰਾਣ ਦੇ ਦਿੰਦਾ ਹੈ। ਐਸੀਆਂ ਉਦਾਹਰਨਾਂ ਦੇ ਕੇ ਕਹਿੰਦੇ ਹਨ, ਆਪਣੇ ਪੰਜਾਂ ਦੇ ਸਰੀਰ ਵਾਪਸ ਆ ਗਏ, ਧਰੇਕਾਰ ਹੈ ਐਸੇ ਜੀਵਨ ਨੂੰ, ਹਜੂਰ ਨੂੰ ਜਾ ਕੇ ਕੀ ਕਵਾਂਗੇ। ਗੁਰਸਿੱਖ ਜਿਸ ਤਰ੍ਹਾਂ ਜਾਂਦੇ ਹਨ, ਜਿਸ ਸਮੇਂ ਸਾਧ ਸੰਗਤ ਜੀ ਹਜੂਰ ਜੋਤੀ ਜੋਤ ਸਮਾਉਂਦੇ ਹਨ। ਇਸ ਦਾ ਜਿਹੜਾ ਤੀਸਰਾ ਹਵਾਲਾ ਹੈ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜਿਸ ਤਰ੍ਹਾਂ ਫਰਮਾਉਂਦੇ ਹਨ। ਹਜੂਰ ਕਹਿੰਦੇ ਹਨ, ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪਹਿ ਗਇਓ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਮਿਲ ਕੇ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਮਿਲ ਕੇ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀਆਂ ਮਹਾਰਾਜ ਜੀਆਂ ਵਿੱਚ ਮਿਲ ਕੇ ਜਿਸ ਤਰ੍ਹਾਂ ਆਪਣੇ ਨਿਜ ਸਰੂਪ ਵਿੱਚ ਸਮਾ ਗਏ ਸੀ। ਕਹਿੰਦੇ ਹਨ, ਹਰਬੰਸ ਜਗਤ ਜਸ ਸੰਚਰਿਓ, ਸੋ ਕਵਣ ਕਹੈ ਸ੍ਰੀ ਗੁਰ ਮੋਇਓ। ਕਹਿੰਦੇ ਹਨ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਦਾ ਜਸ ਜਗਤ ਦੇ ਵਿੱਚ ਫੈਲ ਗਿਆ ਹੈ। ਇਸ ਤਰ੍ਹਾਂ ਫੈਲਿਆ ਹੈ ਜਿਸ ਤਰ੍ਹਾਂ ਖੁਸ਼ਬੂ ਫੈਲ ਜਾਂਦੀ ਹੈ। ਚੰਦ ਤਾਰੇ ਹਜੂਰ ਦਾ ਪ੍ਰਤਾਪ ਦੇਖ ਕੇ ਜਿਸ ਤਰ੍ਹਾਂ ਰੌਸ਼ਨ ਹੋ ਰਹੇ ਹਨ, ਸੋ ਕਵਣ